ਅੱਜ ਜਿਹੜਾ ਸ਼ੋਅ ਹੈਗਾ ਵੀ ਗੋਇੰ ਟੂ ਟਾਕ ਅਬਾਊਟ ਗੋ ਗ੍ਰੀਨ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ। ਅਗਰ ਤੁਸੀਂ ਯੂਕੇ ਜਾਂ ਕਿਸੇ ਵੀ ਦੁਨੀਆ ਕੋਨੇ 'ਚ ਦੇਖਦੇ ਹੋ 157 ਘੰਟੇ 'ਚ ਸਾਡੀ ਆਵਾਜ਼ ਜਾਰੀ ਹੈ ਅਤੇ ਉਮੀਦ ਰੱਖਦਾ ਤੁਸੀਂ ਸ਼ੋਅ ਦੇਖੋਗੇ, ਇੰਜੋਏ ਕਰੋਗੇ। ਹਮੇਸ਼ਾ ਫੀਡਬੈਕ ਦਿਆ ਕਰੋ ਪਲੀਜ਼, ਬੜਾ ਅੱਛਾ ਲੱਗਦਾ ਹੈ। ਮੈਂ ਹਮੇਸ਼ਾ ਹਰ ਸ਼ੋਅ 'ਚ ਮੈਂ ਵੀ ਗੱਲ ਕਰ ਦਿੰਦਾ ਕਿ ਜਿੱਦਾਂ ਦਾ ਸਬਜੈਕਟ ਹੁੰਦਾ ਉੱਦਾਂ ਦਾ ਮੈਂ ਗੈਸਟ ਲੱਭਦਾ। ਗੈਸਟ ਲੱਭਣੇ ਬੜੇ ਮੁਸ਼ਕਿਲ ਹੁੰਦੇ ਨੇ ਕਿਉਂਕਿ ਡਿਫਰੈਂਟ ਮੇਰੇ ਟੌਪਿਕ ਹੁੰਦੇ ਨੇ, ਉਹਦੇ ਮੁਤਾਬਿਕ ਗੈਸਟ ਲੈ ਕੇ ਆਉਣੇ ਪੈਂਦੇ ਨੇ। ਅੱਜ ਜਿਹੜਾ ਸ਼ੋਅ ਹੈਗਾ ਵੀ ਗੋਇੰ ਟੂ ਟਾਕ ਅਬਾਊਟ ਗੋ ਗ੍ਰੀਨ। ਜਿਹੜਾ ਅਸੀਂ ਟੌਪਿਕ ਕਰਾਂਗੇ ਨਾ, ਜਦੋਂ ਤੁਸੀਂ ਦੇਖੋਗੇ ਪ੍ਰੋਗਰਾਮ, ਆਮ ਸ਼ੋਰ ਬੜੇ ਲੋਕ ਜਿਹਨੇ ਘਰ ਬੈਠੇ ਤੋਂ ਇਹ ਤਾਂ ਮੈਨੂੰ ਪਤਾ ਹੈ, ਤਾਂ ਮੈਨੂੰ ਪਤਾ ਹੈ ਕਿ ਅਸੀਂ ਇਹ ਕਰਨਾ, ਇਨਵਾਇਰਮੈਂਟਲ ਇਹ ਕਰਨਾ, ਪਰ ਆਪਣਾ ਪੁੱਛ ਕ੍ਰੋਸ ਯੂਰ ਹਾਰਟ ਤੁਸੀਂ ਨਹੀਂ ਕਰਦੇ। ਉਮੀਦ ਰੱਖਦਾ ਕਿ ਜਿਹੜੇ ਸਾਡੇ ਐਕਸਪਰਟ ਹੈ ਨੇ, ਮੇਰੇ ਗੈਸਟ ਹੈਗੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਡੂਜ਼ ਐਂਡ ਡੋਂਟਸ, ਕਿਸ ਤਰ੍ਹਾਂ ਤੁਹਾਨੂੰ ਪਤਾ ਹੁਣ ਕਲਾਈਮੇਟ ਚੇਂਜ ਹੋ ਰਿਹਾ। ਚਲੋ ਮੈਂ ਬਹੁਤ ਇਹਦੀ ਗੱਲ ਕਰਾਂਗਾ, ਬੈਸਟ ਹੈਗਾ ਮੈਂ ਆਪਣੇ ਗੈਸਟ ਨਾਲ ਗੱਲ ਕਰਕੇ ਆਪਣਾ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਇਹ ਸਿਲਸਿਲੇ ਵਿੱਚ ਐਕਸਪਰਟ ਹੈਗੇ ਨੇ ਔਰ ਕਿਉਂ ਇਹਦੇ 'ਚ ਐਕਸਪਰਟ ਹੈਗੇ ਨੇ ਉਹਦੀ ਵੀ ਗੱਲਬਾਤ ਕਰਾਂਗੇ। ਮੇਰਾ ਆਪਣੇ ਨਾਲ ਸਰਦਾਰ ਰਣਜੀਤ ਸਿੰਘ ਬਖਸ਼ੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲੇ ਤਾਂ ਤੁਹਾਡਾ ਸ਼ੁਕਰਾਨਾ ਕਰਦੇ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ। ਉਮੀਦ ਰੱਖਦਾ ਕਿ ਲੋਕੀ ਬੈਨੀਫਿਟ ਹੋਣਗੇ ਤੁਹਾਡੇ ਐਕਸਪੀਰੀਅੰਸ ਕੋਲੋਂ। ਥੈਂਕ ਯੂ ਆਨ ਦਾ। ਥੈਂਕ ਯੂ ਫॉर ਚੂਜ਼ਿੰਗ ਦ ਸਬਜੈਕਟ। ਆਈ ਥਿੰਕ ਇਟਸ ਸੱਚ ਐਨ ਇੰਟਰਸਟਿੰਗ ਸਬਜੈਕਟ ਕਿ ਤੁਸੀਂ ਮੈਨੂੰ ਵੀ ਮੌਕਾ ਦਿੱਤਾ। ਇੱਕ ਤੇ ਸਬਜੈਕਟ ਚੂਜ਼ ਕਰਨਾ ਪੈਂਦਾ, ਇੱਕ ਬੰਦਾ ਚੂਜ਼ ਕਰਨਾ ਪੈਂਦਾ ਹੁੰਦਾ ਨਾ, ਫਿਰ ਹੈ ਇਹ ਵੀ ਗੱਲ ਹੁੰਦੀ ਹੈ ਨਾ। ਹੁਣ ਮੈਂ ਇਹ ਸਬਜੈਕਟ ਹੈਗਾ ਗੋ ਗ੍ਰੀਨ, ਮੈਂ ਸੁਨਿਆਰੇ ਨੂੰ ਲੈ ਕੇ ਬਿਠਾ ਦਾਂਗਾ ਤੇ ਉਹ ਕੀ ਗੱਲ ਕਰੇਗਾ ਤੇ ਮੈਂ ਕੀ ਪੁੱਛਾਂਗਾ ਉਹਨੂੰ। ਨਹੀਂ, ਪਰ ਸਬਜੈਕਟ ਐਕਚੁਅਲੀ ਇਹ ਗ੍ਰੀਨ ਅੱਜ ਸਾਰੇ ਤੁਸੀਂ ਇੰਡਸਟਰੀ ਵਿੱਚ ਲੈ ਲਓ, ਰੀਨਿਊਏਬਲਸ, ਇਲੈਕਟ੍ਰੀਕਲ ਕਾਰ ਲੈ ਲਓ, ਹਰ ਜਗ੍ਹਾ ਬੀਇੰਗ ਗ੍ਰੀਨ, ਪੋਲਿਊਸ਼ਨ ਕੱਟ ਕਰਨੀ, ਵਾਤਾਵਰਨ ਹਵਾ ਨੂੰ ਠੀਕ ਕਰਨਾ, ਇਹ ਅੱਜ ਕੱਲ੍ਹ ਦੀ ਬਹੁਤ ਇੰਪੋਰਟੈਂਟ ਸਬਜੈਕਟ, ਵੈਰੀ ਇੰਪੋਰਟੈਂਟ ਇਸ਼ੂ ਹੈ। ਅਤੇ ਅਕਾਲ ਚੈਨਲ 'ਤੇ ਤੁਸੀਂ ਇਸ ਸਬਜੈਕਟ ਨੂੰ ਤੁਹਾਡੇ ਵਿਊਅਰਸ, ਲਿਸਨਰਸ ਨਾਲ ਸ਼ੇਅਰ ਕਰ ਰਹੇ ਹੋ, ਮੈਨੂੰ ਬੜਾ ਅੱਛਾ ਲੱਗ ਰਿਹਾ। ਅਸੀਂ ਸ਼ੇਅਰ ਕਰ ਰਹੇ ਹੋ, ਤੁਹਾਡੇ ਕੋਲ ਐਕਸਪਰਟ ਲੈ ਕੇ ਆਉਂਦੇ ਹਾਂ ਤਾਂ ਕਿ ਤੁਸੀਂ ਪ੍ਰੋਪਰ, ਮੇਰੇ ਕੋਲ ਸਵਾਲ ਹੈਗੇ ਨੇ ਔਖੇ ਸਕਾਲੇ ਹੈਗੇ ਨੇ ਜਿੱਦਾਂ ਦੇ ਮੈਨੂੰ ਮਿਲੇ ਮੈਂ ਤੁਹਾਨੂੰ ਪੁੱਛਾਂਗਾ। ਭਾਜੀ ਹੁਣ ਦੇਖੋ ਕਲਾਈਮੇਟ ਚੇਂਜ, ਅਸੀਂ ਪਹਿਲਾਂ ਗੱਲ ਕਰੀਏ, ਮੈਂ ਨਾਲ ਕਰਾਂਗਾ ਫਿਰ ਤੁਸੀਂ ਆਪਣਾ ਦੱਸਿਓ। ਕਲਾਈਮੇਟ ਚੇਂਜ ਦੀ ਗੱਲ ਕਰਾਂਗਾ। ਅੱਗ ਵਗੈਰਾ ਬੇਸ਼ੁਮਾਰ ਲੱਗੀ ਹੈ, ਜਿੱਦਾਂ ਹੁਣ ਗਰਮੀ ਪਈ ਹੈ ਇਹ ਸਾਲ, ਹੁਣ ਪਿਛਲੇ ਵੀਕ 2 ਵੀਕਾਂ ਅੱਜ ਤੱਕ ਕਦੀ ਇੱਦਾਂ ਦੀ ਗਰਮੀ ਨਹੀਂ ਪਈ। ਉਹਦੀ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਮੈਂ ਕੁਐਸਚਨ ਬਾਅਦ 'ਚ ਰਿਪੀਟ ਕਰਾਂਗਾ। ਪਰ ਭਾਜੀ ਤੁਸੀਂ ਇਹ ਕੰਮ 'ਚ ਕਿੱਦਾਂ ਪਏ ਹੋ? ਬਿਕੋਜ਼ ਆਪਣੇ ਲੋਕ ਨਹੀਂ ਕਰਦੇ ਇੱਦਾਂ ਦਾ, ਅਸੀਂ ਤਾਂ ਉਹ ਚੀਜ਼ ਫੋਲੋ ਵੀ ਨਹੀਂ ਕਰਦੇ, ਡੂਜ਼ ਐਂਡ ਡੋਂਟਸ। ਤੁਸੀਂ ਕਿੱਦਾਂ ਕੁਆਲੀਫਾਈਡ ਹੋਏ ਇਹਦੇ ਵਿੱਚ, ਕਿੱਦਾਂ, ਵਾਈ ਡਿਡ ਯੂ ਸਟਾਰਟ ਵਿਦ ਦਿਸ? ਵੀਰ ਜੀ ਮੈਂ ਯੂਨਾਈਟਿਡ ਕਿੰਗਡਮ ਟਾਂਜ਼ਾਨੀਆ ਤੋਂ ਆਇਆ ਸੀ, ਅਫਰੀਕਾ ਤੋਂ ਆਇਆ ਸੀ, 1974 ਵਿੱਚ ਆਇਆ ਸੀ। ਕਿਹੜੀ ਜਗ੍ਹਾ ਸੀ? I was born in a place called Ifakara, studied in Morogoro and Dar es Salaam. Oh my God, ਅੱਛਾ ਅੱਛਾ, ਛੋਟਾ ਜਿਹਾ ਜਗ੍ਹਾ ਹੈ ਨਾ। ਹਾਂਜੀ, ਮੋਰੋਗੋਰੋ ਮੈਂ ਫਾਰਮ 1 ਕੀਤੀ, ਬਾਕੀ ਫਾਰਮ 2, 3 ਤੇ ਉਹ ਲੈਵਲਸ ਮੈਂ ਦਾਰ ਇਸਲਾਮ ਆਗੇ ਕਰ। ਜਦੋਂ ਆਏ ਉਦੋਂ ਸਹੇਲੀ ਆਉਂਦੀ ਸੀ ਕਿ ਭੁੱਲ ਗਏ? ਹਾਂਜੀ, ਸਹੇਲੀ ਹੁਣ ਵੀ ਥੋੜੀ ਬਹੁਤੀ ਆਉਂਦੀ ਹੈ। ਹੁਣ ਆਉਂਦੀ ਹੁਣ ਥੋੜੀ ਬਹੁਤੀ ਹਮਾਰੀ ਗਾਨੀ ਮਜ਼ਦੂਰੀ ਸਾਨਾ ਅਸਾਂਟੀ ਸਾਨਾ ਕੋ ਵੇ ਕਾਲਾ ਸਿੰਘਾ ਮਜ਼ਦੂਰੀ ਸਾਨਾ। ਨਹੀਂ, ਪਰ ਅਸੀਂ ਲੋਕਾਂ ਨੇ, ਪੰਜਾਬੀਆਂ ਨੇ ਅਫਰੀਕਾ 'ਚ ਬੜੀ ਮਿਹਨਤ ਕੀਤੀ ਜੀ। ਸਾਡੇ ਪੇਰੈਂਟਸ ਨੇ ਬਹੁਤ ਨਾਮ ਕੀਤਾ, ਬਹੁਤ। ਔਰ ਇੰਡੀਅਨ ਕਮਿਊਨਿਟੀ, ਸਿੱਖ ਕਮਿਊਨਿਟੀ ਦੀ ਬੜੀ ਇੱਜ਼ਤ ਹੈਗੀ ਔਰ ਬੜੀ ਰਹੀ ਹੈ ਔਰ ਹੁਣ ਵੀ ਹੈਗੀ। ਇਹ ਆਪਣਾ ਸਬਜੈਕਟ ਨਹੀਂ, ਪਰ ਮੈਂ ਥੋੜ੍ਹੀ ਜਿਹੀ ਗੱਲ ਕਰ ਦਿੰਦਾ ਕਿਉਂਕਿ ਤੁਸੀਂ ਸਟਾਰਟ ਕੀਤੀ ਹੈ। ਭਾਜੀ ਜਦੋਂ ਅਫਰੀਕਾ, ਪੰਜਾਬ 'ਚੋਂ ਲੋਕ ਨਿਕਲ ਕੇ ਸਾਰੀ ਦੁਨੀਆ 'ਚ ਗਏ ਨੇ, ਸਿੰਗਾਪੁਰ, ਮਲੇਸ਼ੀਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਗਏ ਨੇ, ਲੇਕਿਨ ਇਹ ਨਹੀਂ ਕਿਉਂਕਿ ਮੈਂ ਆਪਾਂ ਉੱਥੋਂ ਆ ਰਹੇ, ਮੈਂ ਤਾਂ ਕਹਿ ਰਿਹਾ ਦੈਟ ਵਾਜ਼ ਵਨ ਕੰਟਰੀ, ਈਸਟ ਅਫਰੀਕਨ ਕੰਟਰੀ, ਜਿੱਥੇ ਸਿੱਖਾਂ ਨੇ ਨਾ ਬਹੁਤ ਸੈਕਰੀਫਾਈਸ ਕੀਤਾ ਔਰ ਕੰਟਰੀ ਨੂੰ ਡਿਵੈਲਪ, ਉਹਨਾਂ ਦਾ ਹੱਥ ਹੈਗਾ ਮੇਜਰ ਇਕਨੋਮੀ ਬਿਲਡ ਕਰਨ ਦਾ। ਹੋਰ ਕਿਸੇ ਮੁਲਕ 'ਚ ਇੱਦਾਂ ਨਹੀਂ ਹੋਇਆ। ਹੁਣ ਕੈਨੇਡਾ ਆਇਆ ਉੱਪਰ, ਕਿੰਨੇ 100 ਸਾਲ ਬਾਅਦ ਆਇਆ। ਹਾਂਜੀ ਹਾਂਜੀ, ਬਿਲਕੁਲ। ਇਹ ਤਾਂ 1900 ਦੇ ਆਪਣੇ ਲੋਕ ਉੱਥੇ ਕੰਮ ਕਰਦੇ ਸੀਗੇ। ਦੇਖੋ ਉੱਥੇ ਦੀ ਰੇਲਵੇ ਲਾਈਨਸ, ਉੱਥੇ ਦੀ ਤੁਸੀਂ ਮੇਰੀ ਬ੍ਰਿਟਿਸ਼ ਕਲੋਨੀ ਸੀ, ਬ੍ਰਿਟਿਸ਼ਰਸ ਵੈਰ ਮੈਨੇਜਿੰਗ ਦ ਟੌਪ ਟੀਅਰ ਆਫ ਦ ਹਾਇਰਾਰਕੀ, ਸਰਕਾਰ ਚਲਾਉਣੀ। ਉਹਦੇ ਬਾਅਦ ਤੇ ਅਸੀਂ ਲੋਕ ਸੀਗੇ ਜਿਹੜੇ ਐਵਰੀ ਸਰਵਿਸ ਪ੍ਰੋਵਾਈਡ ਕਰਦੇ ਸੀ, ਦੁਕਾਨਦਾਰ ਜਾਂ ਪ੍ਰੋਫੈਸ਼ਨਲ ਸਰਵਿਸਿਜ਼, ਬਿਲਡਿੰਗ ਰੋਡਸ, ਬਿਲਡਿੰਗ ਰੇਲਵੇਜ਼। ਤੁਹਾਡੇ ਮਾਂ ਪਿਓ ਜ਼ਰੂਰ, ਮੇਰੇ ਫਾਦਰਸ ਨੇ, ਸਾਰਿਆਂ ਨੇ ਮਾਂ ਪਿਓ ਨੇ ਉਸ ਜ਼ਮਾਨੇ ਆ ਕੇ ਬਹੁਤ ਬਹੁਤ ਮਿਹਨਤ ਕੀਤੀ ਔਰ ਦਿਲ ਲਗਾ ਕੇ ਕੀਤਾ, ਇਸ ਕਰਕੇ ਉਹਨੂੰ ਉਸ ਕੰਟਰੀ ਨੂੰ ਆਪਣੀ ਕੰਟਰੀ ਸਮਝ ਕੇ ਕੀਤੀ। ਅਤੇ ਅੱਜ ਵੀ ਤੁਸੀਂ ਅਫਰੀਕਾ ਜਾਓ, ਗੁਰਦੁਆਰਾ ਕਿੰਨਾ ਸੋਹਣਾ ਹਾਈਵੇ 'ਤੇ ਕਿੰਨੀਆਂ ਵਿੱਚ ਬਣਿਆ, ਮਕਿੰਡੋ ਗੁਰਦੁਆਰਾ ਨਹੀਂ ਉੱਥੇ। ਨਹੀਂ, ਕੀਨੀਆ 'ਚ ਬੜੇ ਸ਼ਾਨਦਾਰ ਗੁਰਦੁਆਰੇ ਹੈਗੇ ਨੇ, ਬੜੇ ਵੱਡੇ ਉਹਨਾਂ ਦੇ ਏਰੀਆ 'ਚ ਬਣਾਇਆ, ਜਿੱਦਾਂ ਇੰਡੀਆ 'ਚ ਹੈਗੇ ਨਾ। ਉਹਦੇ ਨੂੰ
ਗੁਰਦੁਆਰੇ ਸਾਰੇ ਇਹ ਅੱਛੇ ਹੁੰਦੇ ਨੇ, ਲੇਕਿਨ ਇਹਨਾਂ ਨੇ ਉੱਤੋਂ ਚੜ੍ਹ ਕੇ ਹੋਰ ਆਪਣੇ ਤਰੀਕੇ, ਕਿਉਂਕਿ ਪੈਸਾ ਖੁੱਲ੍ਹਾ ਹੈਗਾ, ਹਾਰਡ ਵਰਕ ਹੈਗੇ, ਆਪਣੇ ਬਿਜ਼ਨਸ ਹੈ, ਤੇ ਬੜੇ ਲੋਕਾਂ ਨੇ ਜਿਹੜੇ ਉੱਥੇ ਆਪਣੇ ਕੰਸਟਰਕਸ਼ਨ 'ਚ ਉਹਨਾਂ ਨੇ ਸੇਵਾ ਕੀਤੀ ਹੈ ਗੁਰਦੁਆਰੇ ਦੇ ਵਿੱਚ। ਨਹੀਂ ਸੇਵਾ ਸਿੱਖ ਕਮਿਊਨਿਟੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈਗੀ ਕਿ ਜੀ ਸੇਵਾ ਕਰਨ ਵਿੱਚ ਅਸੀਂ ਸਭ ਤੋਂ ਅੱਗੇ ਹੁੰਦੇ ਹਾਂ ਕਿ ਬਈ ਬਿਲਕੁਲ ਜਿੱਥੇ ਤੱਕ ਅਸੀਂ ਆਪਣਾ ਆਪ ਨੂੰ ਭੁੱਲ ਕੇ ਹੋਰਾਂ ਦਾ ਭਲਾ ਦੇਖੀਦਾ, ਐਂਡ ਦੈਟ ਇਜ਼ ਵਾਟ ਸਿੱਖੀਜ਼ਮ ਇਜ਼ ਆਲ ਅਬਾਊਟ, ਬਖਸ਼ਿਸ਼ ਟੂ ਸਰਵ ਦ ਹਿਊਮੈਨਿਟੀ। ਸਿੱਖਾਂ ਨੂੰ ਥੋੜ੍ਹੀ ਬਹੁਤਾ ਸਾਡਾ ਝਗੜਾ ਹੁੰਦਾ ਰਹਿੰਦਾ ਹੈ, ਪਰ ਜਦੋਂ ਇੱਦਾਂ ਤਾਂ ਹੁੰਦਾ ਅਸੀਂ ਇਕੱਠੇ ਹੋ ਜਾਂਦੇ ਆ, ਇਹ ਬੜੀ ਚੰਗੀ ਗੱਲ ਹੈਗੀ। ਬਹੁਤ ਵੈਰੀ ਇਟਸ ਅ ਬਿਗ ਕ੍ਰੈਡਿਟ ਟੂ ਦ ਕਮਿਊਨਿਟੀ। ਹੈ ਨਾ, ਬਿਲਕੁਲ ਹੈ। People like Akal channel, yourself are doing a lot of good work because you are promoting the message, the story. ਬਿਕੋਜ਼ ਬੜੀ ਕਨੈਕਸ਼ਨ ਹੋ ਜਾਂਦੀ ਹੈ ਸਾਰੀ ਦੁਨੀਆ ਨਾਲ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਹਿੰਦੇ ਹੋ 157 ਕੰਟਰੀਜ਼ ਨੌਨ ਸਿੱਖ ਜਿਹੜੇ ਵਾਈਡਰ ਕਮਿਊਨਿਟੀ ਉਹ ਵੀ ਵਾਚ ਕਰਦੇ ਨੇ, ਇਹ ਸਾਰੇ ਚਰਚਾ ਗੱਲਾਂ ਕਰਦੇ ਨੇ, ਯਾਰ ਸਿੱਖਾਂ ਨੂੰ ਨਾ ਇਹ ਕਿਹੜੀ ਚੀਜ਼ ਹੈਗੀ ਹੈ, ਇਹਨਾਂ ਨੂੰ ਕਿੱਦਾਂ ਬਖਸ਼ਿਸ਼ ਆਪਣੇ ਦਿੱਤੀ। ਦੇ ਆਰ ਵੈਰੀ ਸਰਪ੍ਰਾਈਜ਼ ਕਿ ਜੋ ਆਪਾਂ ਸਿੱਖ ਕੰਮ ਕਰਦੇ ਨਾ ਭਾਜੀ ਕੋਈ ਕਮਿਊਨਿਟੀ ਨਹੀਂ ਇੱਦਾਂ ਕਰਦੀ, ਕੋਈ ਨਹੀਂ ਕਰਦੀ। ਬਾਕੀ ਦੂਜੀ ਗੱਲ ਹੈ ਸਾਡੀ ਰੇਸ ਨਹੀਂ ਹੈ, ਕੋਈ ਰੀਸ ਨਹੀਂ ਹੈਗਾ, ਕਿਸੇ ਨੂੰ ਕਾਪੀ ਨਹੀਂ ਕਰਨਾ, ਆਪਣਾ ਦਿਮਾਗ ਹੈ, ਸਿੰਸੀਅਰ ਹੈਗਾ, ਆਪਣੇ ਕੰਮ ਲੱਗੇ ਹੋਏ ਅਸੀਂ ਸੇਵਾ ਕਰਨ ਦੇ ਵਿੱਚ। ਪਤਾ ਨਹੀਂ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਲਗਾਇਆ 20 ਰੁਪਏ ਦਾ, ਉਹਦਾ ਸੂਦ ਹੀ ਅਜੇ ਤੱਕ ਨਹੀਂ ਮੁੱਕ ਰਿਹਾ, ਤੇ ਕੈਪੀਟਲ ਤੇ ਪਤਾ ਨਹੀਂ ਦੇਖ ਲਓ ਆਏ ਗਏ, ਬਟ ਉਹਦੇ ਨਾਲ ਸਿੱਖਾਂ ਜੋ ਜਜ਼ਬਾ ਆ ਗਿਆ ਕਿ ਬਈ ਮੈਂ ਆਪਣੇ ਵਾਸਤੇ ਬਾਅਦ ਵਿੱਚ ਕਰਾਂਗਾ, ਪਹਿਲੇ ਮੈਂ ਕੌਮ ਲਈ ਕਰਾਂ, ਪਹਿਲੇ ਮੈਂ ਕੰਟਰੀ ਲਈ ਕਰਾਂ, ਪਹਿਲੇ ਮੈਂ ਦੂਜੇ ਲੋੜਵੰਦ ਇਨਸਾਨ ਦੀ ਹੈਲਪ ਕਰਾਂ। ਇਹ ਚੀਜ਼ਾਂ ਜਿਹੜੀਆਂ ਨਾ ਇਹ ਸਾਡੇ ਅੰਦਰ ਕੁੱਟ ਕੇ ਭਰੀਆਂ ਹੋਈਆਂ। So every Sikh I meet, I am always surprised to learn in small ways, ਛੋਟੀ ਤੋਂ ਛੋਟੀ ਤਰੀਕੇ ਨਾਲ ਉਹ ਸੇਵਾ ਕਰ ਰਿਹਾ ਔਰ ਵੱਡੀ ਤੋਂ ਵੱਡੀ ਤਰੀਕੇ ਨਾਲ ਕਰ ਰਿਹਾ, ਜਿਸ ਤਰ੍ਹਾਂ ਉਹਦੀ ਜੇਬ ਇਲਾਵ ਕਰਦੀ ਹੈ। ਤੁਸੀਂ ਕੋਵਿਡ ਵਿੱਚ ਦੇਖੋ ਨਾ ਕਿੰਨਾ ਸਿੱਖਾਂ ਨੇ ਲੰਗਰ ਲਾਇਆ, ਆਕਸੀਜਨ ਦਾ ਲੰਗਰ, ਖਾਣੇ ਦਾ ਲੰਗਰ, ਦਵਾਈਆਂ ਦਾ ਲੰਗਰ। ਅਕਾਲ ਚੈਨਲ ਨੇ ਬੜਾ ਮੇਜਰ ਪਾਰਟ ਪਲੇ ਕੀਤਾ। ਅਕਾਲ ਚੈਨਲ ਬੜਾ ਪਾਰਟ ਮੇਜਰ ਪਾਰਟ। ਇਹ ਪ੍ਰੋਗਰਾਮ ਅਸੀਂ ਗੋ ਗ੍ਰੀਨ ਕਲਾਈਮੇਟ ਚੇਂਜ ਬਾਰੇ ਗੱਲ ਕਰਨੀ ਹੈ, ਪਰ ਇਹ ਵੀ ਜਿਹੜੀ ਗੱਲਾਂ ਕਰ ਰਹੇ ਵੀ ਬੜੀ ਇੰਪੋਰਟੈਂਟ ਹੈ। ਬੇਸ਼ੱਕ ਆਊਟ ਆਫ ਦਾ ਸਬਜੈਕਟ ਹੈਗਾ, ਲੇਕਿਨ ਜਿਹੜੇ ਬੱਚੇ ਘਰ ਬੈਠੇ ਸੁਣਦੇ ਨਾ, ਇਹ ਲੈਗੇਸੀ ਅੱਗੇ ਜਾਣੀ ਚਾਹੀਦੀ ਹੈ। ਇੱਦਾਂ ਨਾ ਹੋਵੇ ਕਿ ਬਜ਼ੁਰਗਾਂ ਤੇ ਅਸੀਂ ਆਪਣੇ ਬਜ਼ੁਰਗਾਂ ਦੀ ਕੈਰੀ ਕਰ ਰਹੇ ਹਾਂ ਹੁਣ ਤੱਕ, ਇਹ ਤਾਂ ਹੁਣ ਸਾਡੇ ਬਾਅਦ ਵੀ ਚੱਲਣੀ ਚਾਹੀਦੀ ਨਾ ਸਾਰੀ। ਨਹੀਂ ਚਲੇ ਗਏ ਗੁਰੂ ਸਾਹਿਬ ਦੀ ਮਿਹਰ ਹੈ ਕਿ ਵੈਨ ਆਈ ਸੀ ਦ ਯੰਗ ਸਿੱਖਸ ਆਫ ਟੂਡੇ, ਉਹਨਾਂ 'ਚ ਕਾਫੀ ਇੰਸਪੀਰੇਸ਼ਨ ਹੈਗੀ, ਕਾਫੀ ਦੇ ਵਾਂਟ ਟੂ ਡੂ ਦ ਬੈਸਟ, they want to do the best for themselves, best for the others, and ਜਦੋਂ ਪੋਜੀਸ਼ਨ ਦੇ ਆਉਂਦੇ ਨੇ I see them is religious ਹੋਵੇ, communal service ਹੋਵੇ, ਹਰ ਜਗ੍ਹਾ ਯੂਥ ਕਾਫੀ ਅੱਗੇ ਆ ਰਿਹਾ। ਕੈਨੇਡਾ ਵੀ ਦੇਖੋ, ਅਮਰੀਕਾ ਦੇਖੋ। ਹੁਣ ਅੱਜ ਮੈਂ ਟਵਿੱਟਰ ਤੇ ਦੇਖ ਰਿਹਾ ਸੀ ਕਿ ਯੰਗ ਨੌਜਵਾਨ ਸਿੱਖ ਮੁੰਡਾ ਨੂੰ, ਬੱਚੇ ਨੂੰ ਬਰਬਰੀ ਨੇ ਯੂਜ਼ ਕੀਤਾ, ਉਹਨੂੰ ਬਰਬਰੀ ਦਾ ਮਾਡਲ ਬਣਾਇਆ, ਬਰਬਰੀ ਜੈਕਟ ਪਾ ਕੇ। ਸੋ ਇੰਪ੍ਰੈਸਡ, ਸੱਚ ਨਾਈਸ ਥਿੰਗ। ਸੋ ਗੁਰੂ ਸਾਹਿਬ ਦੀ ਜਿਸ ਸਾਡੇ ਤੇ ਬੜੀ ਬਖਸ਼ਿਸ਼ ਹੈ ਸਾਰਿਆਂ ਤੇ। ਇੰਸਪੀਰੇਸ਼ਨ ਦੀ ਗੱਲ ਕਰਦੇ ਹਾਂ, ਮੈਂ ਤੁਹਾਨੂੰ ਇੰਸਪਾਇਰ ਕਰਦਾ ਹੈ। ਇਹ ਤੁਹਾਡੇ ਦਿਮਾਗ ਜਦੋਂ ਤੁਸੀਂ ਅਫਰੀਕਾ ਤੋਂ ਇੱਥੇ ਆਏ, ਵੈਨ ਐਂਡ ਹਾਊ ਡਿਡ ਯੂ ਡਿਸਾਈਡ ਕਿ ਇਹ ਤੁਹਾਨੂੰ ਕਰਨਾ? ਉਦੋਂ ਤੇ ਇੰਨਾ ਕਲਾਈਮੇਟ ਚੇਂਜ ਦੀ ਤਾਂ ਪ੍ਰੋਬਲਮ ਨਹੀਂ ਸੀ। ਨਹੀਂ ਕਲਾਈਮੇਟ ਚੇਂਜ ਹੋਇਆ ਕਿ ਵੀਰ ਜੀ, ਜਦੋਂ ਮੇਰਾ ਕੇਮ ਟੂ ਦਿਸ ਕੰਟਰੀ, ਮੈਂ ਕਿਹਾ ਮੈਂ ਬਿਜ਼ਨਸ ਕਰਨਾ ਸੀ। ਤਾਂ ਬਿਜ਼ਨਸ ਕਰਨਾ ਸ਼ੁਰੂ ਕੀਤਾ ਤੇ ਆਈ ਸਟਾਰਟਡ ਇਨ ਸਟੀਲ ਬਿਜ਼ਨਸ। ਤੇ ਬ੍ਰਿਟਿਸ਼ ਸਟੀਲ, ਜਰਮਨੀ ਤੋਂ ਸਟੀਲ ਲੈ ਕੇ ਇੰਡੀਆ, ਪਾਕਿਸਤਾਨ, ਥਾਈਲੈਂਡ, ਕੋਰੀਆ, ਉਹਨਾਂ ਕੰਟਰੀ ਨੂੰ ਐਕਸਪੋਰਟ ਕਰਦਾ ਸੀ। ਅੱਛਾ। ਫਿਰ ਮੈਨੂੰ ਪਤਾ ਲੱਗਾ ਕਿ ਵੀ ਸਟੀਲ ਬਣਾਉਣ ਦੇ ਦੋ ਤਰੀਕੇ ਨੇ, ਇੱਕ ਤੇ ਆਇਰਨ ਔਰ ਤੋਂ ਬਣਦਾ ਹੈ, ਦੂਜਾ ਪੁਰਾਣਾ ਲੋਹਾ ਨੂੰ, ਸਕ੍ਰੈਪ ਨੂੰ ਮੈਲਟ ਕਰਕੇ ਵੀ ਲੋਹਾ ਬਣਦਾ। ਫਿਰ ਮੈਂ ਦੇਖਿਆ ਸਕ੍ਰੈਪ ਨੂੰ ਜੇਕਰ ਲੋਹਾ ਮੈਲਟ ਕਰਕੇ ਬਣਾਇਆ ਜਾਂਦਾ ਤੇ ਉਹਦੇ ਨਾਲ ਬਿਜਲੀ ਕਮ ਲੱਗੇਗੀ, ਕਿਉਂਕਿ ਤੁਸੀਂ ਆਇਰਨ ਔਰ ਤੋਂ ਲੋਗੇ, ਔਰ ਨੂੰ ਸਾਫ਼ ਕਰੋਗੇ, ਉਹਨੂੰ ਮੈਲਟ ਕਰੋਗੇ। ਇਹ ਬਣਿਆ ਬਣਾਇਆ ਲੋਹਾ ਉਹਨੂੰ ਮੈਲਟ ਕੀਤਾ ਤੇ ਚੱਲ ਅੱਗੇ ਜਾ ਕੇ ਤੁਸੀਂ ਫਿਰ ਸਟੀਲ ਦੀਆਂ ਸ਼ੀਟਸ ਬਣਾ ਦਿੱਤੀਆਂ। ਸੋ ਦੈਨ ਆਈ ਰਿਅਲਾਈਜ਼ ਦਿਸ ਇਜ਼ ਅ ਵੈਰੀ ਗੁੱਡ ਥਿੰਗ। ਫਿਰ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਸੀ ਕਿ ਬੇਟਾ ਕੁਛ ਵੀ ਕੰਮ ਕਰੋ ਨਾ, ਉਹ ਕੰਮ ਵਿੱਚ ਜ਼ਿਆਦਾ ਮਿਹਨਤ ਕੋਸ਼ਿਸ਼ ਕਰਿਆ ਕਰੋ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੋਵੇ। ਸਿਰਫ ਆਪਣਾ ਭਲਾ ਨਾ ਦੇਖਿਆ ਕਰੋ, ਕੰਮ ਦੇ ਵਿੱਚ ਵੀ ਤੁਸੀਂ ਕਮਿਊਨਿਟੀ ਦੀ ਸੇਵਾ ਕਰ ਸਕਦੇ ਹੋ। ਇਹ ਉਹਨਾਂ ਦੀ ਇੱਕ ਵਿਸ਼ ਸੀਗੀ। ਤਾਂ ਮੈਂ ਦੇਖਿਆ, ਮੈਂ ਕਿਹਾ ਅਗਰ ਮੈਂ ਇਹ ਸਟੀਲ ਸਕ੍ਰੈਪ ਨੂੰ ਐਕਸਪੋਰਟ ਕਰਦਾ तो पवन गुरु पानी पिता माता धर्म, गुरु साहब ने क्या, रब पवन गुरु पानी पिता माता, पानी पवन ते धरती, ये तीनों की इज्जत करनी चाहिए। तो जे अगर मैं पोल्यूशन कट करांगा तो तीनों चीज़ों लिए ठीक है। फिर मैनू आई फेल्ट कि दिस इज़ हैविंग अ सोशियो इकोनॉमिक इंपैक्ट एज वैल। उन्होंने जमाने कोई स्क्रैप का कम नहीं से करता जाता, और असी लोग स्क्रैप ਨੂੰ बड़ा गंदा समझते थे, बिल्कुल। असी कबाड़िया समझते थे। किसी को मैं जब इंडिया जाना से ना,
ਤੁਸੀਂ ਕੀ ਕਰਦੇ ਜੇ ਤੁਸੀਂ ਕਬਾੜਿਆ ਹੋ ਸਡਨਲੀ ਦੇ ਲੁੱਕ ਡਾਊਨ ਐਟ ਯੂ ਨੋ ਰਾਦਰ ਦੈਨ ਸੇਇੰਗ ਤੁਸੀਂ এনवायरमेंट ਦਾ ਭਲਾ ਕਰ ਰਹੇ ਹੋ ਉਦੋਂ ਬਿਲਕੁਲ ਤੁਸੀਂ ਕਬਾੜਿਆ ਹੋ। ਇਸੇ ਕਰਕੇ ਮੈਂ ਸਵਾਲ ਪੁੱਛਿਆ ਕਿ ਤੁਸੀਂ ਕਿੱਦਾਂ ਇਹਦੇ ਵਿੱਚ ਤੇ ਗਏ ਫਿਰ ਮੈਨੂੰ ਫਿਰ ਬੜਾ ਦਿਲ ਨੂੰ ਲੱਗਿਆ, ਮੈਂ ਕਿਹਾ ਨਹੀਂ ਗੁਰੂ ਸਾਹਿਬ ਦੀ ਬਾਣੀ ਦੀ ਪੰਕਤੀ ਮੈਂ ਸੁਣਾਈ ਹੈ ਤੇ ਫਿਰ ਵੈਸੇ ਮੈਨੂੰ ਫੀਲ ਹੋਇਆ ਕਿ ਬਈ ਇੱਕ ਇਹਦੇ ਕੰਮ ਵਿੱਚ ਕੁਝ ਸੈਲਫ ਸੈਟੀਸਫੈਕਸ਼ਨ ਹੈਗੀ ਯੂ ਨੋ, ਕਿਉਂਕਿ ਵੀਰ ਜੀ ਦੇਖੋ ਅੱਜ ਤੁਸੀਂ এনवायरमेंट ਦੇਖੋ ਪੋਲਿਊਸ਼ਨ ਨਾਲ ਕਿੰਨੇ ਹਜ਼ਾਰਾਂ ਬੰਦਿਆਂ ਨੂੰ ਅਸਥਮਾ ਹੋ ਰਿਹਾ, ਪੋਲਿਊਸ਼ਨ ਨਾਲ ਉਹਨਾਂ ਨੂੰ ਅਸਥਮਾ ਹੋ ਰਿਹਾ, ਬੱਚਿਆਂ ਨੂੰ ਐਗਜ਼ੀਮਾ ਹੋ ਰਿਹਾ, ਕਈ ਚੀਜ਼ਾਂ ਹੋ ਰਹੀਆਂ। ਤੇ ਜੇ ਤੁਸੀਂ এনवायरमेंट ਦਾ ਇੰਪਰੂਵ ਕਰੋਗੇ ਪਤਾ ਨਹੀਂ ਕਿੰਨੇ ਲੱਖਾਂ ਬੰਦਿਆਂ ਨੂੰ ਤੁਸੀਂ ਹੈਲਥ ਬੈਨੀਫਿਟ ਦੇ ਸਕਦੇ ਹੋ। ਕਿਸੇ ਦਾ ਅਸਥਮਾ ਇੰਪਰੂਵ ਹੋ ਸਕਦਾ ਹੈ, ਕਿਸੇ ਨੂੰ ਐਗਜ਼ੀਮਾ ਇੰਪਰੂਵ ਹੋ ਸਕਦਾ ਹੈ, ਕਿਸੇ ਨੂੰ ਹੋਰ ਬਿਮਾਰੀ ਤੋਂ ਬਚਤ ਹੋ ਸਕਦੀ ਹੈ। ਲੋਟ ਆਫ ਪੀਪਲ ਡਾਈ ਯੰਗ ਬਿਕਾਜ਼ ਆਫ ਪੋਲਿਊਸ਼ਨ। ਸੋ ਆਈ ਸਟਾਰਟਡ ਇੰਜੋਇੰਗ ਇਟ ਐਂਡ 1977-76 ਵਿੱਚ ਮੈਂ ਕੰਮ ਸ਼ੁਰੂ ਕੀਤਾ ਸੀ ਤੇ ਉਸ ਜ਼ਮਾਨੇ ਦੇ ਮੈਂ ਕਬਾੜਿਆ ਹੀ ਸੀਗਾ ਜੀ। ਤੇ ਜਾ ਕੇ 90-95 ਤੋਂ ਬਾਅਦ ਥੋੜੀ ਦੁਨੀਆ ਵਿੱਚ ਜਾਗਰਤ ਆਈ ਥੋੜੀ ਜੀ ਤੇ ਪੀਪਲ ਸਟਾਰਟਡ ਇਹ ਕੀ ਹੈਗਾ, ਪੀਪਲ ਸਟਾਰਟਡ ਸੇਇੰਗ ਕਿ ਆਸਮਾਨ ਦੇ ਉੱਤੇ ਨਾ ਕੁਦਰਤ ਦਾ ਲੇਅਰ ਹੈ, ਓਜ਼ੋਨ ਲੇਅਰ ਹੈਗਾ ਤੇ ਅਸੀਂ ਤਪਸ਼ ਇਤਨੀ ਪੈਦਾ ਕਰ ਰਹੇ ਹਾਂ ਕੰਜ਼ੰਪਸ਼ਨ ਕਰਕੇ, ਕਿਉਂਕਿ ਜੀ ਦੇਖੋ ਦੁਨੀਆ ਦੀ ਪੋਪੂਲੇਸ਼ਨ ਵੱਧ ਰਹੀ ਹੈ, ਹਰ ਚੀਜ਼ ਡਬਲ ਟ੍ਰਿਪਲ ਯੂਜ਼ ਹੋ ਰਹੀ ਹੈ। ਇੱਕ ਕਹਾਵਤ ਹੈ ਸਾਡੇ এনवायरमेंट ਵਰਡ ਵਿੱਚ ਕਿ ਜਿਤਨੀ 2050 ਤੱਕ ਜਿੰਨੀ ਦੁਨੀਆ ਦੀ ਆਬਾਦੀ ਕਰੀਬ 10-11 ਬਿਲੀਅਨ ਹੋ ਜਾਏਗੀ, ਇਸ ਆਬਾਦੀ ਨੂੰ ਜਿੰਨਾ ਖਾਣਾ ਚਾਹੀਦਾ, ਫੂਡ ਚਾਹੀਦਾ, ਗੱਡੀਆਂ ਚਾਹੀਦੀਆਂ ਨੇ, ਜੋ ਮਿਨਰਲ ਵਿੱਚੋਂ ਸਾਨੂੰ ਯੂਜ਼ ਕਰਨਾ ਚੀਜ਼ਾਂ ਬਣਾਉਣ ਵਾਸਤੇ, ਉਹ ਕਹਿੰਦੇ ਉਹਨੂੰ 2 ਧਰਤੀਆਂ ਚਾਹੀਦੀਆਂ ਨੇ, ਇੱਕ ਧਰਤੀ ਦੇ ਬੰਦਿਆਂ ਦੀ ਡਿਮਾਂਡ ਫੁਲਫਿਲ ਕਰਨ ਵਾਸਤੇ। ਵੀ ਵਿਲ ਨੀਡ 2 planets to serve the need of this planet। ਕੀ ਬਾਤ ਹੈ, ਵੈਰੀ ਨਾਈਸ and it's not possible। ਬੜਾ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਤੁਸੀਂ। ਬੰਦਾ ਇਮੇਜਿਨ ਕਰ ਸਕਦਾ ਕਿ ਕਿੰਨਾ ਚਾਹੀਦਾ ਹੈ, ਕਿੰਨਾ ਚਾਹੀਦਾ ਸੀ, ਮਤਲਬ ਬਿਲਕੁਲ ਅੰਦਰ ਦੋਨੋਂ ਅਸੀਂ ਯੂਜ਼ ਕਰ ਰਹੇ ਹਾਂ ਕਿ ਸੋਚਦੇ ਨਹੀਂ। ਜੀ ਅਮੇਜ਼ਿੰਗ। the message I think for ਜਿਸ ਤੁਸੀਂ ਟੌਪਿਕ ਲੈ, I think ਮੈਸੇਜ ਹੋਣਾ ਚਾਹੀਦਾ ਹਰ ਬੰਦਾ ਕਹੇ ਕਿ ਜੀ ਮੈਂ ਇਸ ਧਰਤੀ ਤੇ ਆਇਆ ਸੀ, ਮੈਨੂੰ ਸਭ ਚੀਜ਼ ਉਧਾਰ ਮਿਲੀ ਸੀ, ਹਵਾ ਵੀ ਉਧਾਰ ਮਿਲੀ ਹੈ, ਜ਼ਮੀਨ ਵੀ ਉਧਾਰ ਮਿਲੀ ਜਦੋਂ ਮੇਰਾ ਮਕਾਨ ਬਣਿਆ, ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਇਹ ਸਾਰਾ ਮੈਨੂੰ ਉਧਾਰ ਮਿਲਿਆ। ਤੇ ਜਦੋਂ ਮੈਂ ਦੁਨੀਆ ਛੋੜ ਕੇ ਜਾਵਾਂਗਾ ਕਿ ਉਧਾਰੀ ਜਿਸ ਹਾਲਤ ਵਿੱਚ ਉਹਨੂੰ ਮਿਲੀ ਸੀ ਨਾ, ਉसी ਹਾਲਤ ਵਿੱਚ ਮੈਂ ਵਾਪਸ ਕਰਨੀ। ਕੀ ਬਾਤ ਹੈ। ਉਹਨੂੰ ਅਗਰ ਮੈਂ ਵਿਗਾੜ ਕੇ ਜਾਵਾਂਗਾ ਤਾਂ ਮੈਂ ਰੱਬ ਦਾ ਕੀ ਜਵਾਬ ਦਾਂਗਾ? ਰੱਬ ਨੇ ਕਹਿਣਾ ਜੀ ਮੈਂ ਤੈਨੂੰ ਹਵਾ ਦਿੱਤੀ ਸੀ ਤੂੰ ਉਹ ਵੀ ਵਿਗਾੜ ਕੇ ਆਇਆ, ਧਰਤੀ ਦਿੱਤੀ ਸੀ ਉਹਦੇ ਤੂੰ ਕੂੜਾ ਪਾ ਪਾ ਕੇ ਧਰਤੀ ਖਰਾਬ ਕੀਤੀ, ਪਾਣੀ ਤੈਨੂੰ ਦਿੱਤਾ ਸੀ ਤੂੰ ਪਾਣੀ ਫੈਕਟਰੀਆਂ ਦਾ ਕੂੜਾ ਪਾ ਪਾ ਕੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਕਿ ਜਿਹੜੇ ਪਾਣੀ ਪੀਂਦਾ ਉਹਨਾਂ ਨੂੰ ਕੈਂਸਰ ਹੋ ਰਿਹਾ। ਯੂ ਨੋ ਫੈਕਟਰੀ ਵੇਸਟ ਗੋਜ਼ ਇਨਟੂ रिवर्स, वी डोंट इवन थिंक। यू नो उस दिन मैं गया सी वर्ल्ड बैंक कीनिया नैरोबी में मीटिंग करने से किसी सब्जेक्ट ਦੇ एनवायरमेंट में डेलीगेशन लेके गया सी, क्योंकि आई वाज द प्रेसिडेंट ऑफ द ऑर्गेनाइजेशन। ਤੇ ਉੱਥੇ ਇਹ ਗੱਲਾਂ ਕਰ ਰਹੇ ਸੀ, ਮੈਨੂੰ ਉਸ ਵਰਲਡ ਬੈਂਕ ਦੀ ਹੈਡ ਕੋਈ ਲੇਡੀ ਸੀਗੀ ਕੈਥਰੀਨ, ਉਹਨੂੰ ਮੈਂ ਸਮਝਾ ਰਿਹਾ ਸੀ, ਮੈਂ ਕਿਹਾ ਅਫਰੀਕਾ ਜਦੋਂ ਮੈਂ ਜੰਮਿਆ ਸੀ ਨਾ, ਪਾਣੀ ਇੰਨਾ ਸਾਫ਼ ਸੁਥਰਾ ਤੁਹਾਨੂੰ ਨੀਚੇ ਦਾ ਬੋਟਮ ਤੱਕ ਨਜ਼ਰ ਆ ਰਿਹਾ ਸੀ, ਬਿਲਕੁਲ ਕਲੀਅਰ ਨਜ਼ਰ। ਅੱਜ ਕੱਲ੍ਹ ਜਾਓ ਤੁਹਾਨੂੰ ਪਾਣੀ ਗੰਦਾ ਹੋ ਗਿਆ, ਕਿਉਂਕਿ ਉਹਨਾਂ ਨਦੀਆਂ ਵਿੱਚ ਅਸੀਂ ਫੈਕਟਰੀ ਦਾ ਕੂੜਾ ਪਾ ਦਿੱਤਾ। ਇਹ ਸੋਚਣ ਬਗੈਰ ਕਿ ਇਹ ਪਾਣੀ ਵਿੱਚ ਡਾਊਨ ਦ ਰੋਡ ਕਿਸੇ ਨੇ ਕੱਪੜੇ ਧੋਣੇ ਨੇ, ਕਿਸੇ ਨੇ ਪਾਣੀ ਪੀਣਾ, ਬੱਚਿਆਂ ਨੇ ਨਹਾਉਣਾ ਹੈ, ਉਹ ਉਹਨਾਂ ਨੇ ਨਾਈਟ੍ਰੇਟਸ ਇੰਨਾ ਹਾਈ ਹੋ ਜਾਂਦੇ ਨੇ, ਉਹ ਬੱਚਿਆਂ ਨੂੰ ਕੈਂਸਰ ਹੋ ਜਾਂਦਾ ਹੈ। ਪਰ ਵੀ ਡੋਂਟ ਥਿੰਕ ਸੋ। ਅਗਰ ਅਸੀਂ ਸੋਚੀਏ ਕਿ ਮੈਂ ਜਾ ਕੇ ਗੁਰੂ ਸਾਹਿਬ ਨੂੰ ਜਵਾਬ ਦੇਣਾ ਹੈ ਕਿ ਮੈਂ ਧਰਤੀ, ਪਾਣੀ ਅਤੇ ਏਅਰ ਨੂੰ ਯੂਜ਼ ਕੀਤਾ ਹੈ ਪਰ ਵਿਗਾੜਿਆ ਨਹੀਂ ਹੈਗਾ, ਜੇ ਵਿਗਾੜ ਕੇ ਜਾਵਾਂਗੇ ਤਾਂ ਵੀਰ ਜੀ ਜਵਾਬ ਕੌਣ ਦੇਗਾ? ਪਰ ਜੀ ਇੰਨੀ ਕਮਾਲ ਦੀ ਤੁਸੀਂ ਗੱਲ ਕਰਦੇ ਹੋ, ਓਨੈਸਟਲੀ ਮੈਂ ਸ਼ੁਰੂਆਤ ਤੋਂ ਮੈਨੂੰ ਪਤਾ ਹੁੰਦਾ ਕਿ ਲੋਕਾਂ ਦੇ ਰਿਐਕਸ਼ਨ ਕੀ ਹੁੰਦੇ, ਲੈ ਜੀ ਸਾਨੂੰ ਇਹ ਪਤਾ এনवायरमेंट ਦਾ, ਸਾਨੂੰ ਪਤਾ ਇਹ ਕਰਨਾ ਚਾਹੀਦਾ, ਪਰ ਅਸੀਂ ਕਰਦੇ ਨਹੀਂ ਹੈਗੇ। ਹੁਣ ਤੁਸੀਂ ਵਿੱਚੋਂ ਡੀਪ ਗੱਲਾਂ ਦੱਸਦੇ ਹੋ, ਬੰਦੇ ਦਾ ਉਹ ਖੁੱਲ੍ਹ ਜਾਂਦਾ ਹੈ ਦਿਮਾਗ ਕਿ ਯਾਰ ਇਹ ਵੀ ਗੱਲ ਹੈਗੀ, ਇਹ ਵੀ ਗੱਲ ਹੈਗੀ ਹੈ। ਕੁਛ ਨਾ ਕੁਛ ਸਿੱਖੋਗੇ, ਕੁਛ ਨਾ ਕੁਛ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰੋਗੇ। ਤੁਸੀਂ ਕਮਿਊਨਿਟੀ ਲਈ, ਤੁਸੀਂ ਧਰਤੀ ਲਈ, ਤੁਸੀਂ ਆਪਣੇ ਬੱਚਿਆਂ ਲਈ ਇਹ ਜ਼ਮੀਨ ਅੱਛੀ ਛੱਡ ਕੇ ਜਾਣੀ ਚਾਹੁੰਦੇ ਤਾਂ ਕਿ ਅੱਛੀ ਜਗ੍ਹਾ 'ਚੋਂ ਪਲ ਸਕਣ, ਅੱਛੀ ਹਵਾ ਲੈਣ, ਅੱਛਾ ਖਾਣ ਹੋ। ਪਰ ਜੀ ਜਦੋਂ ਤੁਸੀਂ ਸਟਾਰਟ ਕੀਤਾ ਸੀ ਤਾਂ ਸਾਡੇ ਲੋਕ ਤਾਂ ਹੈ ਹੀ ਨਹੀਂ, ਤੁਸੀਂ ਹਾਊ ਡਿਡ ਦੀ ਅਦਰ ਕਮਿਊਨਿਟੀ ਫੀਲ ਅਬਾਊਟ ਇਟ? ਇਟ ਵਾਸ ਡਿਫਿਕਲਟ, ਕਿਉਂਕਿ ਅਨਫੋਰਚੂਨੇਟਲੀ ਕੀ ਸੀਗਾ ਉਸ ਜ਼ਮਾਨੇ ਵਿੱਚ, ਇੱਕ ਇਹਨੂੰ ਕੂੜਾ ਆ ਸਮਝੋ, ਆ ਕਬਾੜਿਆ ਸਮਝੋ, ਯੂ ਨੋ ਜਦ ਸਕ੍ਰੈਪ ਲੋਹਾ ਦਾ ਸਕ੍ਰੈਪ ਲੈ ਲਓ, ਰੱਦੀ ਕਾਗਜ਼ ਲੈ ਲਓ, ਇਹਨਾਂ ਚੀਜ਼ਾਂ ਦੀ ਇੰਨੀ ਇੰਟਰਨੈਸ਼ਨਲ ਡਿਮਾਂਡ ਨਹੀਂ ਸੀ ਹੁੰਦੀ। ਪੈਦਾ ਮਾਲ ਇਕੱਠਾ ਹੁੰਦਾ ਸੀ, ਬੰਦੇ ਕਿੱਥੇ ਵੇਚਿਆ ਜਾਏ। तो because I started exporting to these countries in Asia, so they started loving me कि भाई चलो ये जो से माल इकट्ठा कर रहा, ये बंदा उसकी कीमत पा के अगे दे रहा। पर डिमांड घट सीगी, प्लास्टिक अन्नेवाह पैदा हो रहा। तुम इमेजिन करो जद दा प्लास्टिक बनया अज तक पता नहीं किन्ने बिलियन टन प्लास्टिक इकट्ठा हो गया।
ਔਰ ਪਲਾਸਟਿਕ ਨੇ ਕਦੀ ਪਿਘਲਣਾ ਹੀ ਨਹੀਂ ਹੈਗਾ, ਡੀਕੰਪੋਜ਼ ਹੋਣਾ ਹੀ ਨਹੀਂ, ਉਸ ਤਰ੍ਹਾਂ ਦਾ ਉਸਾ ਹੀ ਰਹਿ ਜਾਣਾ। ਹੁਣ ਸਮੁੰਦਰ ਵਿੱਚ ਪੈਸੀਫਿਕ ਓਸ਼ਨ ਵਿੱਚ ਪਤਾ ਨਹੀਂ ਕਿੰਨੇ ਹਜ਼ਾਰ ਕਿਲੋਮੀਟਰ ਦਾ ਇੱਕ ਆਈਲੈਂਡ ਜਿਹਾ ਬਣ ਗਿਆ, ਜਿੰਨਾ ਸਮੁੰਦਰ 'ਚ ਲੋਕਾਂ ਨੇ ਪਲਾਸਟਿਕ ਸੁੱਟ ਕੇ ਨਾ ਉਹ ਤੇ ਇਕੱਠਾ ਹੋ ਗਿਆ, ਉੱਥੇ ਇੱਕ ਕਿਸਮ ਦਾ ਪਲਾਸਟਿਕ ਆਈਲੈਂਡ ਬਣ ਗਿਆ ਵਿਚ ਇਜ਼ ਪੋਲਿਊਟਿੰਗ, ਮੱਛੀਆਂ ਮਰ ਰਹੀਆਂ। ਦੀ ਹੁਣ ਗੱਲ ਕਰਨੀ, ਪਰ ਮੈਨੂੰ ਤੁਸੀਂ ਬੋਲਣਾ ਤਾਂ ਮੈਨੂੰ ਗੱਲ ਯਾਦ ਆਈ ਹੈ, ਜੇ ਤੁਸੀਂ ਅਫਰੀਕਾ ਦਾ ਤੁਹਾਨੂੰ ਪਤਾ ਹੈ ਜ਼ੰਜ਼ੀਬਾਰ ਜਿਹੜਾ ਆਈਲੈਂਡ ਹੈਗਾ ਉਂਗੂਜਾ, ਹਾਂ, ਉੱਥੇ ਥੋੜ੍ਹੇ ਜਿਹੇ ਸਾਲ ਹੋ ਗਏ ਮੈਂ ਪੜ੍ਹਿਆ, ਜਿਹੜੇ ਪਲਾਸਟਿਕ ਦੀਆਂ ਬੋਤਲਾਂ ਵੱਡੀਆਂ ਨਾ ਇੱਕ ਗੋਰੇ ਨੇ ਇਕੱਠੀਆਂ ਕਰਕੇ ਨਾ, ਤੁਸੀਂ ਇਮੈਜਿਨ ਕਰੋ ਕਿੰਨੀਆਂ ਉਹਨੇ ਇਕੱਠੀਆਂ ਕੀਤੀਆਂ, ਉਹਨੇ ਨਾ ਫਲੋਟਿੰਗ ਰੈਸਟੋਰੈਂਟ ਬਣਾਇਆ ਉਹਦੇ ਉੱਪਰ, ਵੈਰੀ ਨਾਈਸ, ਬੋਤਲਾਂ ਦੇ ਉੱਪਰ। ਆਈਡੀਆ ਦੇਖੋ, ਉਹਦੇ ਕਰਕੇ ਇੰਨਾ ਪਪੂਲਰ ਹੋਇਆ ਕਿ ਦੁਨੀਆ ਦੂਰੋਂ ਦੂਰੋਂ ਉਹ ਦੇਖਣ ਜਾਂਦੀ ਹੈ ਉਹ ਜਗ੍ਹਾ ਕਿ ਇਹਨੇ ਕਿਸ ਤਰ੍ਹਾਂ ਕੀਤਾ ਗਾ, ਬਿਊਟੀਫੁਲੀ ਰੈਸਟੋਰੈਂਟ ਹੈਗਾ ਉਹ। ਸੋ ਉਹਨੇ ਯੂਜ਼ ਕੀਤਾ, ਚਲੋ ਪਲਾਸਟਿਕ ਉੱਤੇ ਦੁਬਾਰਾ ਇੱਦਾਂ ਰੀਯੂਜ਼ ਨਹੀਂ ਹੋ ਰਹੀ, ਰੀਸਾਈਕਲ ਨਹੀਂ ਹੋ ਰਹੀ, ਨਾ ਹੋ ਸਕਦੀ ਹੈ, ਪਰ ਉਹਨੇ ਕਿਤੇ ਯੂਜ਼ ਤੇ ਕੀਤੀ, ਐਨੀ ਇੱਕ ਜਗ੍ਹਾ ਤੇ ਹੈਗੀ ਹੈ। ਨਹੀਂ ਜੀ, ਉਹਨੂੰ ਕਹਿੰਦੇ ਨੇ ਇੱਕ ਤੇ ਰੀਸਾਈਕਲ, ਦੂਜਾ ਕਹਿੰਦੇ ਅਪਸਾਈਕਲ। ਅਪਸਾਈਕਲ ਜੇ ਤੁਸੀਂ ਰੀਸਾਈਕਲ ਨਹੀਂ ਸਕਦੇ ਤਾਂ ਅਪਸਾਈਕਲ ਤੇ ਕਰੋ, ਉਹਦੀ ਜਗ੍ਹਾ ਕੁਝ ਹੋਰ, ਮਤਲਬ ਜਿੱਥੇ ਤੁਸੀਂ ਨੈਚੁਰਲ ਹੁਣ ਦੇਖੋ ਨਾ, ਪਲਾਸਟਿਕ ਦਾ ਜਿਹੜਾ ਬੋਟਲ ਹੈ, ਤੁਸੀਂ ਪੀਈਟੀ ਵਿੱਚ ਬੰਦਾ ਜਿਹੜੀ ਆਇਲ ਦੀਆਂ ਪੈਟਰੋਕੈਮੀਕਲ ਫੈਕਟਰੀਜ਼ ਹੈਗੀਆਂ, ਉਹਨਾਂ ਦੀ ਬਾਈ ਪ੍ਰੋਡਕਟ ਇਜ਼ ਪੀਈਟੀ, ਦੁੱਧ ਦੀ ਬੋਟਲ ਇਜ਼ HDPE। ਹੁਣ ਉਸ ਕੈਮੀਕਲ ਵਿੱਚੋਂ PET ਤੇ HDPE ਬਣੇਗੀ। ਅਗਰ ਤੁਸੀਂ ਜੋੜ ਦੋਗੇ ਉਹ ਪਲਾਸਟਿਕ ਦੀ ਬੋਤਲਾਂ ਤੇ ਕੋਈ ਫੈਕਟਰੀ ਵਾਲਾ ਲੈ ਲੇਗਾ, ਉਹ ਉਹਨੂੰ ਫਿਰ ਸਾਫ਼ ਕਰਕੇ ਉਹਨੂੰ ਉਹਦੇ ਦਾਣੇ ਬਣਾ ਕੇ ਫਿਰ ਕੋਕੋਲਾ ਦੀ ਫੈਕਟਰੀ, ਪੈਪਸੀ ਜਿਹਨੇ ਵੀ ਖਰੀਦਦੇ ਉਹਨਾਂ ਨੂੰ ਦਾਣੇ ਦੇ ਦੇਣਗੇ ਤਾਂ ਕਿ ਤੁਸੀਂ ਉਹਨੂੰ ਯੂਜ਼ ਕਰੋ। ਹੁਣ ਕੀ ਹੋ ਗਿਆ, ਹੁਣ ਤੁਸੀਂ ਦੱਸਿਆ ਜੀ ਮੈਂ ਸਟਾਰਟਿੰਗ 76 ਮੈਂ ਕਬਾੜੀਆ ਸੀਗਾ, ਹੁਣ ਮੈਂ ਮਿਸਟਰ ਗ੍ਰੀਨ ਐਂਬੈਸਡਰ ਬਣ ਗਿਆ। ਕਿਆ ਦੇਖੋ ਨਾ, ਹੁਣ ਲੋਕ ਕਹਿੰਦੇ ਨੇ ਇਹ ਬੰਦਾ ਠੀਕ ਕੰਮ ਕੀਤਾ ਹੈ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਾਂ, ਮੈਂ ਤੇ ਮੇਰਾ ਸੁਖਦੇਵ ਵਿੱਚ ਕਿਤੇ ਫਲਾਈ ਕਰਦੇ ਸੀਗੇ, ਤੇ ਜਿਹੜੇ ਹੀਥਰੋ ਏਅਰਪੋਰਟ ਤੇ ਉਹ ਟਾਇਲਟ ਵਗੈਰਾ ਤੇ ਕੰਮ ਕਰਦੇ ਆ, ਉਹਨਾਂ ਦੇ ਕਲੀਨਰ ਨੇ ਉਹਨਾਂ ਨੂੰ ਕਹਿੰਦੇ, ਉਹਨੂੰ ਕਹਿੰਦੇ ਆ ਕਲੀਨਿੰਗ ਟੈਕਨੀਸ਼ੀਅਨ। ਹਾਂ, ਉਹ ਨਾਮ ਦੇਖੋ ਕਿੰਨਾ ਉਹ ਚੀਜ਼ ਤੋਂ ਕਬਾੜਾ ਹੀ ਹੋ ਗਿਆ ਜਿੱਦਾਂ ਤੁਸੀਂ ਕਹਿੰਦੇ ਹੋ। ਤੇ ਭਾਜੀ ਬਹੁਤ ਇੰਟਰਸਟਿੰਗ ਗੱਲਾਂ ਹੈਗੀਆਂ। ਉਹ ਤੁਸੀਂ ਦੱਸਦੇ ਕੋਈ ਗਰੁੱਪ ਹੈਗਾ ਕੋਈ BIR, ਉਹਦੇ ਤੁਸੀਂ ਯੂ ਦ ਓਨਲੀ ਏਸ਼ੀਅਨ ਇਨ ਦੇਅਰ? ਨਹੀਂ, BIR ਬਿਊਰੋ ਆਫ ਇੰਟਰਨੈਸ਼ਨਲ ਰੀਸਾਈਕਲਿੰਗ ਹੈਗੀ, ਇੱਕ ਆਰਗੇਨਾਈਜੇਸ਼ਨ ਹੈ ਬੇਸਡ ਇਨ ਬ੍ਰਸਲਸ, 1947 ਵਿੱਚ ਸਟਾਰਟ ਹੋਈ ਸੀਗੀ। ਇਟਸ ਓਨਲੀ ਟੂ ਡੂ ਵਿਦ ਰੀਸਾਈਕਲਿੰਗ, ਮੈਟਲ, ਪੇਪਰ, ਪਲਾਸਟਿਕ, ਸਾਰਾ ਟਾਇਰ ਸਭ ਕੁਝ। ਤੇ 68 ਕੰਟਰੀਜ਼ ਵਿੱਚ ਉਹਦੇ ਮੈਂਬਰਸ਼ਿਪ ਹੈਗੀ। ਤੇ 1947 ਤੋਂ ਪ੍ਰੈਸੀਡੈਂਟ ਚੁਣੇ ਜਾਂਦੇ ਨੇ, ਹਰ 4 ਸਾਲ ਲਈ ਆਉਂਦਾ ਹੈ। ਤੇ ਫਸਟ ਟਾਈਮ ਐਜ਼ ਐਨ ਇੰਡੀਅਨ, ਐਜ਼ ਐ ਨੋਨ ਯੂਰੋਪੀਅਨ ਹਿਸਟਰੀ ਵਿੱਚ ਮੈਂ ਫਸਟ ਨੋਨ ਯੂਰੋਪੀਅਨ ਹੈਗਾ ਜਿਹੜਾ 2015 ਵਿੱਚ ਚੁਣਿਆ ਗਿਆ ਸੀ ਟੂ ਬੀ ਦਾ ਪ੍ਰੈਸੀਡੈਂਟ ਆਫ ਦੀ ਆਰਗੇਨਾਈਜੇਸ਼ਨ। ਤੇ 2015 ਤੋਂ 2019 ਮੈਂ ਪ੍ਰੈਸੀਡੈਂਟ ਰਿਹਾ ਸੀ ਉਹਦਾ। ਤੇ ਗੁਰੂ ਸਾਹਿਬ ਦੀ ਮਿਹਰ ਨਾਲ ਮਤਲਬ ਜੋ ਵੀ ਸੇਵਾ ਕੀਤੀ, ਅੱਛੀ ਕੀਤੀ, ਦਿਲ ਨਾਲ ਕੀਤੀ ਹੈ। ਤੇ ਅਜੇ ਵੀ ਜਿਹਨੇ ਵੀ ਮਿਲਦੇ ਮੈਨੂੰ, ਗੋਰੇ, ਚਾਈਨੀਜ਼, ਅਮੈਰੀਕਨਸ, ਸਾਊਥ ਅਮੈਰੀਕਨਸ, ਅਫਰੀਕਨ, ਜੋ ਵੀ ਆਉਂਦੇ ਨੇ, ਉਹ ਸਾਲ ਵਿੱਚ ਕਾਨਫਰੰਸ ਹੁੰਦੀਆਂ ਨੇ, ਦੇ ਆਲ ਸਟਿਲ ਰਿਮੈਂਬਰ ਕਿ ਬਈ ਆਈ ਗਿਵ ਮਾਈ ਲਵ ਐਂਡ ਅਫੈਕਸ਼ਨ ਬਿਕੋਜ਼ ਆਈ ਲਵ ਦਿਸ ਬਿਜ਼ਨਸ, ਰੀਸਾਈਕਲਿੰਗ, ਐਨਵਾਇਰਨਮੈਂਟ, ਆਈ ਲਵ ਇਟ। ਕਿਉਂਕਿ ਵੀਰ ਜੀ ਤੁਸੀਂ ਬ੍ਰਾਜ਼ੀਲ ਜਾਂ ਅਫਰੀਕਾ ਜਾਓ, ਇਵਨ ਇੰਡੀਆ ਜਾਓ, ਤੁਹਾਨੂੰ ਪਤਾ ਰੱਦੀ ਵੈਸਟ ਮਾਊਂਟੇਨਸ ਹੈਗੇ, ਤੁਸੀਂ ਵੈਸਟ ਮਾਊਂਟੇਨ ਦੇ ਕਿਤੇ ਜਾ ਕੇ ਖੜੇ ਹੋ ਕੇ ਦੇਖੋ ਨਾ ਵੀਰ ਜੀ, ਉੱਥੇ ਇੱਕ ਮਾਂ, ਉਹਦਾ ਬੱਚਾ, ਉਹਦਾ ਹਸਬੈਂਡ, ਉਹਨਾਂ ਦੇ ਮਾਂ ਪਿਓ ਸਾਰੇ ਉਸ ਦੇ ਇਰਦ ਗਿਰਦ ਕੂੜਾ ਇਕੱਠਾ ਕਰ ਰਹੇ ਨੇ। ਲੇਕਿਨ ਵੀਰ ਜੀ ਉਹ 50 ਸਾਲ ਵੀ ਨਹੀਂ ਜੀਂਦੇ ਨੇ, 50 ਸਾਲ ਤੋਂ ਪਹਿਲੇ ਮਰ ਜਾਂਦੇ ਨੇ, ਕਿਉਂਕਿ ਉਹ ਕੂੜੇ ਦੇ ਵਿੱਚ ਜੰਮਦੇ, ਕੂੜੇ ਦੇ ਵਿੱਚ ਮਰਦੇ। ਉਹਨਾਂ ਨੂੰ ਐਗਜ਼ੀਮਾ, ਮੈਨਿਨਜਾਈਟਿਸ, ਗੈਸਟ੍ਰੋਇੰਟੈਸਟਾਈਨਲ ਡਿਜ਼ੀਜ਼, ਹਰ ਤਰ੍ਹਾਂ ਦੀ ਡਿਜ਼ੀਜ਼ ਹੈਗੀ। ਅਤੇ ਤੁਸੀਂ ਉਹ ਦੇਖ ਕੇ ਤੁਸੀਂ ਰਾਤੀ ਘਰ ਆਓ, ਤੁਸੀਂ ਕਿਸ ਤਰ੍ਹਾਂ ਰੋਟੀ ਖਾ ਸਕਦੇ ਹੋ? ਤੁਸੀਂ ਇਹ ਨਹੀਂ ਆਪਣੇ ਆਪ ਨੂੰ ਪੁੱਛੋਗੇ, ਕੋਸੋਗੇ ਯਾਰ ਜੇ ਮੈਨੂੰ ਬਾਬਾ ਜੀ ਨੇ ਥੋੜ੍ਹੀ ਜਿਹੀ ਸ਼ਕਤੀ ਦਿੱਤੀ ਹੈ ਤਾਂ ਮੈਂ ਇਹਨਾਂ ਦਾ ਕੁਝ ਭਲਾ ਕਰਾਂ, ਕੁਛ ਕਰਾਂ, 0.001% ਵੀ ਬੈਨੀਫਿਟ ਕਰਾਂ। ਤਾਂ ਜਦੋਂ ਮੈਨੂੰ ਇਹ ਮੌਕਾ ਮਿਲਿਆ ਸੀ BIR ਦਾ, ਅਤੇ ਮੈਂ ਗੁਰੂ ਪਾਤਸ਼ਾਹ ਦਾ ਸ਼ੁਕਰ ਕੀਤਾ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ। ਤਾਂ ਜੋ ਮੇਰੇ ਕੋਲ 4 ਸਾਲ ਸੇਵਾ ਹੋਈ ਮੈਂ ਕੀਤੀ ਹੈ। ਪਰ ਮੈਨੂੰ ਥੋੜ੍ਹਾ ਅਫਸੋਸ ਹੋ ਰਿਹਾ ਕਿਉਂਕਿ ਤੁਸੀਂ 2015 ਤੋਂ ਲੈ ਕੇ 19 ਤੱਕ ਤੁਸੀਂ ਰਹੇ ਹੋ, ਸਾਰਾ ਕੁਛ ਕੰਮ ਕਰਦੇ ਰਹੇ ਹੋ। ਹੁਣ ਪੈਨਿਕ ਹੈਗਾ, ਇਟਸ ਅ ਪੈਨਿਕ ਬਟਨ ਫॉर द ਗੋ ਗ੍ਰੀਨ ਨਹੀਂ, ਕਲਾਈਮੇਟ ਚੇਂਜ ਕਰਕੇ। ਭਾਜੀ ਵੀ ਸਾਨੂੰ ਤਾਂ ਹਰ ਮਹੀਨੇ ਇੱਦਾਂ ਦਾ ਸ਼ੋਅ ਕਰਨਾ ਚਾਹੀਦਾ ਸੀ 2015 ਤੋਂ ਲੈ ਕੇ। ਇਹਦੇ ਸਾਡੇ ਤੋਂ ਵੀ ਗਲਤੀਆਂ ਹੋ ਗਈਆਂ ਨੇ, ਅਸੀਂ ਲਰਨ ਕਰਦੇ ਹਾਂ ਹੌਲੀ ਹੌਲੀ। ਤੁਹਾਡੇ ਵਰਗੇ ਇੰਟੈਲੀਜੈਂਟ ਬੰਦੇ, ਇੰਟੈਲੈਕਚੁਅਲ ਗੈਸਟ ਲੈ ਕੇ ਆਉਂਦੇ ਆ। ਅਤੇ ਭਾਜੀ ਹੁਣ ਜਿਵੇਂ ਚਲੋ ਲੈਟਸ ਟਾਕ ਅਬਾਊਟ ਦੀ ਕਲਾਈਮੇਟ ਚੇਂਜ ਵਗੈਰਾ, ਹੁਣ ਲੋਕਾਂ ਨੂੰ ਇਸ ਸਾਲ ਪਤਾ ਲੱਗਿਆ ਕਿ ਕਲਾਈਮੇਟ ਚੇਂਜ ਕੀ ਹੋ ਰਹੀ ਹੈ।
they've never experienced this before. Yeah. ਵੀਰ ਜੀ ਤੁਸੀਂ ਉਹਨੇ ਹੀਥਰੋ 에ਅਰਪੋਰਟ ਦੀ ਗੱਲ ਕੀਤੀ ਸੀ। ਅੱਜ ਅਸੀਂ ਲੰਡਨ ਤੋਂ ਬ੍ਰਿਟਿਸ਼ ਪਾਸਪੋਰਟ ਲੈ ਕੇ ਫਰਾਂਸ ਜਾਣਾ ਹੈ, ਬਿਕੋਜ਼ ਆਰ ਆਊਟ ਆਫ EU, ਕਿ ਅਮਰੀਕਾ ਜਾਣਾ ਹੈ, ਇੰਡੀਆ ਜਾਣਾ ਹੈ, ਸਾਨੂੰ ਵੀਜ਼ਾ ਚਾਹੀਦਾ। ਜੇ ਵੀਜ਼ਾ ਨਹੀਂ ਹੈਗਾ ਤੁਹਾਨੂੰ ਜਹਾਜ਼ ਵਿੱਚ ਬੈਠਣ ਨਹੀਂ ਦਿੰਦੇ। ਅਗਰ ਇੱਥੇ ਮੈਂ ਤੁਹਾਡੇ ਦਫ਼ਤਰ ਸਟੂਡੀਓ ਦੇ ਬਾਹਰ 4 ਟਾਇਰ ਨੂੰ ਅੱਗ ਲਗਾ ਦਿੰਦਾ, ਉਹ ਟਾਇਰ ਦਾ ਧੂੰਆਂ ਆਸਮਾਨ ਵਿੱਚ ਚਲਾ ਜਾਏਗਾ। ਬਿਲਕੁਲ। ਉਹ ਧੂੰਆਂ ਫਰਾਂਸ ਤੱਕ ਜਾ ਸਕਦਾ ਆਸਮਾਨ ਤੋਂ ਉੱਡ ਕੇ, ਉਹਨੂੰ ਕੋਈ ਵੀਜ਼ਾ ਨਹੀਂ ਚਾਹੀਦਾ। ਪੋਲਿਊਸ਼ਨ ਟਰੈਵਲਸ ਅਰਾਊਂਡ ਦ ਵਰਲਡ ਫ੍ਰੀ ਆਫ ਵੀਜ਼ਾ। ਇਹ ਮੈਂ ਕਿਤਾਬ ਲਿਖੀ ਹੈ, ਮੈਂ ਕਿਤਾਬ ਵਿੱਚ ਮੈਂ ਮੈਂਸ਼ਨ ਕੀਤਾ ਹੈ ਕਿ ਪੋਲਿਊਸ਼ਨ ਨੂੰ ਕੋਈ ਵੀਜ਼ਾ ਨਹੀਂ ਚਾਹੀਦਾ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਹੁਣ ਜਦੋਂ ਇਹ ਦੁਨੀਆ ਨੇ ਰਿਅਲਾਈਜ਼ ਕੀਤਾ ਕਿ ਕਲਾਈਮੇਟ ਚੇਂਜ ਬੜੀ ਜ਼ਰੂਰੀ ਚੀਜ਼ ਹੈ, ਤੇ ਉਹਨਾਂ ਨੇ ਸਾਰੇ ਵਿਦਵਾਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਦੁਨੀਆ ਦਾ ਟੈਂਪਰੇਚਰ 2050 ਤੋਂ ਕੰਪੇਅਰ ਟੂ ਪ੍ਰੀ ਇੰਡਸਟਰੀਲਾਈਜੇਸ਼ਨ ਟਾਈਮ, ਸਾਰੀ ਦੁਨੀਆ ਦੀ ਤਪਸ਼ ਅਸੀਂ ਕੋਸ਼ਿਸ਼ ਕਰੀਏ ਕਿ 1.5 ਡਿਗਰੀ ਤੋਂ ਜ਼ਿਆਦਾ ਨਾ ਵਧੇ 2050 ਤੱਕ। ਲੇਕਿਨ ਅੱਜ 2020 ਵਿੱਚ 1 ਡਿਗਰੀ ਵੱਧ ਚੁੱਕਾ ਹੈ। ਅਗਲੇ 30 ਸਾਲਾਂ ਵਿੱਚ ਜੇ 30-40 ਸਾਲਾਂ ਵਿੱਚ 1 ਵਧਿਆ ਤੇ ਅਗਲੇ 30 ਸਾਲਾਂ ਵਿੱਚ 1 ਦੀ ਜਗ੍ਹਾ 2 ਵਧੇਗਾ। ਤਾਂ ਇਹਨਾਂ ਦਾ 1.5 ਡਿਗਰੀ ਦਾ ਟਾਰਗੇਟ ਹੈ, ਉਹ ਕਹਿੰਦੇ 2 ਡਿਗਰੀ ਹੋ ਜਾਏ ਤਾਂ ਵੀ ਮਿਹਰਬਾਨੀ ਹੈ। ਇਸ ਵੇਲੇ 1 ਡਿਗਰੀ ਦੀ ਵਜ੍ਹਾ ਨਾਲ ਤੁਹਾਨੂੰ ਤਪਸ਼ ਮਿਲ ਰਹੀ ਹੈ। ਅਗਰ ਇਹ 1.5 ਡਿਗਰੀ ਹੋ ਗਈ ਤੇ 40 ਡਿਗਰੀ ਸੀਗਾ ਟੈਂਪਰੇਚਰ, ਇਹ 45 ਵੀ ਚਲਾ ਜਾਏਗਾ। ਪਰ ਜੀ ਬਹੁਤ ਇੰਟਰਸਟਿੰਗ ਜੋ ਵੀ ਤੁਸੀਂ ਦੇਖ ਰਹੇ ਹੋ, ਮੈਂ ਬੇਸ਼ੱਕ ਕਹਿੰਦਾ ਪਲੀਜ਼ ਬੱਚਿਆਂ ਨੂੰ ਵੀ ਦਿਖਾਇਆ ਕਰੋ। ਵੈਰੀ ਐਜੂਕੇਸ਼ਨਲ, ਬੜਾ ਇਨਫੋਰਮੇਟਿਵ ਹੁੰਦਾ ਹੈ। ਇੱਦਾਂ ਦੀ ਚੀਜ਼ਾਂ ਨੂੰ ਲਾਈਟ ਨਾ ਲੈਣਾ, ਜਿੱਦਾਂ ਤੁਸੀਂ ਇਟਸ ਆਈ ਓਪਨਰ ਹੁੰਦਾ। ਮੇਰੇ ਕੰਨ ਸਾਰਾ ਕੁਝ ਰੋਟੇ ਖੜੇ ਹੋ ਗਏ। ਤੁਸੀਂ ਕਹਿੰਦੇ ਸੀ 2050 ਤੱਕ ਇੰਨਾ ਫਰਕ ਪਹਿਲਾਂ ਚਾਹੀਦਾ ਸੀਗਾ, 2022 ਦੇ ਵਿੱਚ ਉਹ 1 ਡਿਗਰੀ ਚਲੇ ਗਿਆ। ਹੁਣ ਤੁਸੀਂ ਅਨਬੇਅਰੇਬਲ ਹੈਗਾ, ਬੜੇ ਲੋਕ ਮਰੇ ਨੇ, ਬੜੀਆਂ ਅੱਗਾਂ ਲੱਗੀਆਂ ਨੇ, ਬੜਾ ਕੁਝ ਹੋਇਆ ਇਹਦੇ ਨਾਲ। ਭਾਜੀ ਜਦੋਂ ਹੋਰ ਚਲੇ ਗਿਆ ਤਾਂ 2050 ਤੱਕ ਤੁਸੀਂ ਕੀ ਹਾਲ ਆਈ ਮੀਨ ਸਪੋਜ਼ ਦ ਟੈਂਪਰੇਚਰ ਗੋਜ਼ ਅਪ ਬਾਈ 2 ਡਿਗਰੀਜ਼, ਤਾਂ ਮੈਂ ਕਿਹਾ 40 ਦੀ ਜਗ੍ਹਾ 45 ਹੋ ਜਾਏਗਾ। ਹੁਣ ਮੈਨੂੰ 4 ਸਾਲ ਪਹਿਲੇ ਜੋਹਾਨਸਬਰਗ ਵਿੱਚ IFAT ਕਾਨਫਰੰਸ ਸੀਗੀ, ਤਾਂ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਸੀ ਸਪੀਚ ਦੇਣ ਵਾਸਤੇ। ਵਾਸ ਅ ਕੀ ਨੋਟ ਸਪੀਕਰ। ਅਤੇ ਉੱਥੇ ਮੈਂ ਸਬਜੈਕਟ ਲਿਆ ਸੀ ਕਿਉਂਕਿ ਕੇਪ ਟਾਊਨ ਇਜ਼ ਵਨ ਆਫ ਦ ਵਰਲਡਸ ਟੌਪ 5 ਕੰਟਰੀਜ਼ ਜਿੱਥੇ ਪਾਣੀ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ। Yes, I know that. London is also in the top 20. ਕਿੱਲਤ ਦਾ ਮਤਲਬ ਪਾਣੀ ਦਾ ਵਾਟਰ ਟੇਬਲ ਅੰਡਰ ਦ ਗਰਾਊਂਡ ਇਜ਼ ਗੋਇੰਗ ਡਾਊਨ ਐਂਡ ਡਾਊਨ ਐਂਡ ਡਾਊਨ, ਸੋ ਇਟਸ ਵੈਰੀ ਡਿਫਿਕਲਟ ਵਾਟਰ ਟੂ ਕਮ ਅਪ। ਹੁਣ ਇੱਥੇ ਜੇ ਡਰਾਊਟ ਦੀ UK ਵਿੱਚ ਗੱਲਾਂ ਕਰ ਰਹੇ ਨਾ, ਪ੍ਰੋਬਲਮ ਹੈ ਨਾ ਕਿ ਵਾਟਰ ਟੇਬਲ ਇਜ਼ ਗੋਇੰਗ ਡਾਊਨ। ਹੁਣ ਪੰਜਾਬ ਵਿੱਚ ਕਹਿੰਦਾ ਕਿ 100 ਦੀ ਜਗ੍ਹਾ 200 ਫੁੱਟ ਬੋਰ ਕਰਨਾ ਪੈਂਦਾ ਹੈਂਡ ਪੰਪ ਵਾਸਤੇ, ਕਿਉਂਕਿ ਵਾਟਰ ਟੇਬਲ ਉਹਨਾਂ ਨੀਚੇ ਚਲਾ ਗਿਆ। ਹੁਣ ਉੱਥੋਂ ਸਾਊਥ ਅਫਰੀਕਾ ਕੀ ਕਰਦੇ ਨੇ ਲੋਕ ਕਿ ਜਦੋਂ ਬਾਰਿਸ਼ ਪੈਂਦੀ, ਬਾਰਿਸ਼ ਦਾ ਪਾਣੀ ਇਕੱਠਾ ਕਰਦੇ ਨੇ, ਬੋਰ ਕਰਕੇ ਜ਼ਮੀਨ ਦਾ ਡੀਪ ਬੋਰ ਬਣਾਉਂਦੇ ਨੇ, ਉਹ ਪਾਣੀ ਸਾਰਾ ਇਕੱਠਾ ਕਰਕੇ ਵਾਪਸ ਜ਼ਮੀਨ ਵਿੱਚ ਪਾਉਂਦੇ ਨੇ, ਤਾਂ ਕਿ ਇਟਸ ਐਨ ਐਂਡੇਵਰ ਐਨ ਐਫਰਟ ਕਿ ਵਾਟਰ ਟੇਬਲ ਉੱਪਰ ਆਵੇ। ਪਰ ਇੱਥੇ ਕੁਦਰਤ ਦਾ ਹੈ ਵਾਟਰ ਟੇਬਲ ਇਤਨਾ, ਅਸੀਂ ਇਨਸਾਨ ਕਿਸ ਤਰ੍ਹਾਂ ਵਾਪਸ ਕਰੇਗਾ? ਅਸੀਂ ਇਨਸਾਨ ਨੇ ਯੂਜ਼ ਐਂਡ ਅਬਿਊਜ਼ ਕਰ ਲਿਆ। ਹੁਣ ਪੰਜਾਬ ਵਿੱਚ ਜਾਓ, ਜਗ੍ਹਾ ਜਗ੍ਹਾ ਹੈਂਡ ਪੰਪ ਲੱਗੇ ਹੋਏ ਨੇ, ਜਗ੍ਹਾ ਜਗ੍ਹਾ ਆਰ ਵੀ ਰੀਅਲੀ ਯੂਜ਼ਿੰਗ ਦਾ ਵਾਟਰ? ਹਰ ਚੀਜ਼ ਨੂੰ ਕੰਜ਼ਰਵ ਕਰੋ, ਹਰ ਚੀਜ਼ ਨੂੰ ਇਹ ਸੋਚੋ ਕਿ ਮੈਨੂੰ ਲੋੜ ਹੈਗੀ। ਹੁਣ ਤੁਸੀਂ ਫਲਸ਼ ਕਰਦੇ ਆ, 2 ਲੱਗੇ ਹੋਏ ਨੇ, ਸਮੋਲ ਜਾਂ ਫੁੱਲ ਫਲਸ਼। ਤੁਸੀਂ ਹੁਣ ਨਹੀਂ ਸਮਝਦੇ ਤੁਹਾਨੂੰ ਫੁੱਲ ਫਲਸ਼ ਹੀ ਲੋੜ ਹੈ, ਤੁਸੀਂ ਸਮੋਲ ਵਾਲਾ ਯੂਜ਼ ਕਰ ਲਓ। ਉਹ ਮਤਲਬ ਨਹੀਂ ਲੱਗਿਆ ਹੈਗਾ, ਬਟ ਓਨੈਸਟਲੀ ਜਿੱਥੇ ਵੀ ਤੁਸੀਂ ਦੇਖਦੇ ਹੋ, ਕਦੀ ਤੁਸੀਂ ਸੋਚ ਕੇ ਫਲਸ਼ ਕਰਦੇ ਹੋ ਕਿ ਮੈਂ ਨੰਬਰ 1 ਗਿਆ ਕਿ ਨੰਬਰ 2 ਗਿਆ, ਟਾਇਲਟ ਕੀ ਕੀਤਾ ਹੈਗਾ, ਉਹਦੇ ਮੁਤਾਬਿਕ ਉਹ ਬਟਨ ਯੂਜ਼ ਕਰੋ। ਵੀ ਡੋਂਟ ਥਿੰਕ ਲਾਈਕ ਦੈਟ। ਤੁਸੀਂ ਬ੍ਰਸ਼ ਕਰ ਰਹੇ ਹੁੰਦੇ, ਆਮ ਤੁਸੀਂ ਦੇਖੋਗੇ ਠੰਡੇ ਪਾਣੀ ਦਾ ਨਲਕਾ ਖੋਲ ਰਿਹਾ, ਬ੍ਰਸ਼ ਚਲੀ ਜਾ ਰਿਹਾ, ਨਲਕਾ ਚਲੀ ਜਾ ਰਿਹਾ, ਉਹ ਵੀ ਚਲੀ ਜਾ ਰਿਹਾ। ਹੁਣ ਉਹ ਪਾਣੀ ਤੇ ਬਹੁਤ ਇਸ ਵੇਲੇ ਕੀਮਤੀ ਖਜ਼ਾਨਾ ਹੈ ਤੁਹਾਡੇ ਕੋਲ। ਮੈਂ ਤੇ ਸੋਚਦਾ ਕਿ 2040 ਵਿੱਚ ਅਗਰ ਚੋਰ ਕਿਸੇ ਦੇ ਘਰ ਚੋਰੀ ਕਰਨ ਆਏਗਾ ਨਾ, ਉਹ ਤੁਹਾਡੇ ਡਾਇਮੰਡ ਜਾਂ ਗੋਲਡ ਨਹੀਂ ਲਏਗਾ, ਉਹ ਤੁਹਾਡੇ ਘਰੋਂ ਪਾਣੀ ਚੋਰੀ ਕਰਨ ਆਏਗਾ। ਪਾਣੀ ਦੀ ਇਤਨੀ ਕਿੱਲਤ ਹੋ ਜਾਏਗੀ, ਮੈਂ 30-40 ਚਲੋ ਕਹਿਣ ਦੀ ਗੱਲ ਹੈਗੀ, looking forward in 30-40 years in countries like Africa, people will be starving, dying of food and water. ਹੁਣ ਤੁਸੀਂ ਫੂਡ ਦੇਖ ਲਓ। ਹੁਣ ਮੈਂ ਬਹੁਤ ਅਪਸੈਟ ਹੁੰਦਾ, ਦੁਕਾਨਾਂ 'ਤੇ ਜਾਂਦਾ, ਉਹ ਪਿਆਲੇ ਕਹੇਗਾ 2 ਕੁਆਟਰ ਚਿਕਨ 3 ਪਾਊਂਡ ਦੇ, 4 ਕੁਆਟਰ ਇਕੱਠੇ ਲਓਗੇ ਤੇ 3.5 ਜਾਂ 4 ਪਾਊਂਡ ਦੇ। ਹੁਣ ਬੁੱਢਾ ਬੁੱਢੀ ਨੂੰ 4 ਕੁਆਟਰ ਦੇ ਖਾਦੇ ਨਹੀਂ ਜਾਣੇ, ਪਰ ਉਹ ਅੱਖ ਲਾਲਚੀ ਹੈ ਨਾ, ਉਹਨੇ ਕਿਹਾ 2 ਮੈਨੂੰ 3 ਦੇ ਮਿਲੇ, 4 ਮੈਨੂੰ। ਇਹ ਫਿਰ ਇਹ ਇਹਨਾਂ ਦਾ ਗੇਮ ਹੀ ਹੈ, ਗਿਮਿਕ ਹੁੰਦਾ ਇਹਨਾਂ ਦਾ ਕਿ ਇੱਦਾਂ ਅਟਰੈਕਸ਼ਨ ਦਾ, ਉਹ ਤੇ ਆਉਂਦੇ ਨੇ। ਪਰ ਤੁਸੀਂ ਐਕਸੈਸਿਵ ਬਾਈ ਕਰਦੇ ਹੋ। ਜੇ ਤੁਸੀਂ ਨਹੀਂ ਖਾਣਾ,
ਅਖੀਰ ਵਿੱਚ ਹੋਏਗਾ ਕਿ ਉਹ ਤੁਸੀਂ ਚੌਥਾ ਕੁਆਟਰ ਜਦੋਂ ਤੁਸੀਂ ਨਹੀਂ ਯੂਜ਼ ਕਰ ਸਕੋਗੇ, ਐਕਸਪਾਇਰੀ ਡੇਟ ਹੋ ਗਈ, ਤੁਹਾਨੂੰ ਬਿਨ ਵਿੱਚ ਪਾ ਦੋਗੇ। But you know, Western countries are supposed to be very up to date with technology ਨਾਲ. We are not ready for anything. Winter ਹੁੰਦੀ ਹੈ, ਕੰਟਰੀ ਸਟੈਂਸ਼ਲ ਹੋ ਜਾਂਦੀ ਹੈ। ਅਗਰ ਮੈਂ ਯੂਕੇ ਦੀ ਗੱਲ ਕਰਾਂ, ਮੈਂ ਬਾਹਰਲੇ ਕੰਟਰੀ ਦੀ ਗੱਲ ਕਰਦਾ, ਸਮਰ ਪੈਂਦੀ ਹੈ, ਤੁਸੀਂ ਦੇਖੋ ਇੱਥੇ ਕੀ ਹਾਲ ਹੋ ਰਿਹਾ। ਹੁਣ ਅਗਲੇ ਮਹੀਨੇ ਤੋਂ ਇਹਨਾਂ ਨੇ ਹੋਸ ਪਾਈਪ ਬੈਨ ਕਰਨੇ ਹੈਗੇ ਨੇ, ਕਰਨਗੇ ਬਿਲਕੁਲ। ਯੂ ਨੋ ਉਹਦਾ ਵੀ ਹੋ ਰਿਹਾ ਬੜਾ ਕੁਛ। ਤੇ ਅਸੀਂ এনवायरमेंट ਸਾਨੂੰ ਲੋਕਾਂ ਨੂੰ ਪਤਾ ਹੈ, ਅਸੀਂ ਇਹਨੂੰ ਸੀਰੀਅਸ ਕਿਉਂ ਨਹੀਂ ਲੈਂਦੇ? मुझे प्रॉब्लम पता की है, आज तो 5 साल तो पहले क्लाइमेट चेंज वॉज इन द स्टोरी बुक्स, लेट्स पुट इट लाइक दैट, विद द पढ़े लिखे साइंटिस्ट, वो बढ़िया बढ़िया रिसर्च करते सीगे, कॉमन मैन तक करने से आंदा। तो मेरी आर्गूमेंट हमेशा ये रही है, फिलोसफीज साइंटिफिक इंफॉर्मेशन इज़ वेरी इंपॉर्टेंट, लेकिन जब तक वो तुसी ते में ग्राउंड फ्लोर दे बटन सही यूज़ ना करिए, ब्रश करने वाले नलका ਨੂੰ ਬੰਦ ਕਰ ਦਈਏ। ਪਰ ਜੀ ਆਪਾਂ ਥੋੜੀ ਟਾਈਮ ਜ਼ਿਆਦਾ ਨਹੀਂ ਹੁੰਦਾ, ਬ੍ਰੇਕ ਲੈਂਦੇ ਹਾਂ ਥੋੜੀ ਜਿਹੀ। ਬੜਾ ਇੰਟਰਸਟਿੰਗ, ਮੈਨੂੰ ਬੜਾ ਭਾਰਾ ਲੱਗਦਾ ਜਦੋਂ ਸਟਾਪ ਕਰਨਾ ਪੈਂਦਾ, ਬਟ ਵੀ ਹੈਵ ਟੂ ਡੂ ਇਟ। ਦਿਸ ਇਜ਼ ਹਾਊ ਦਾ ਸਿਸਟਮ ਵਰਕ। ਸਾਡਾ ਜੋ ਸਿਸਟਮ ਹੈਗਾ ਸਟੂਡੀਓ ਦਾ, ਜਿੱਦਾਂ ਕਰਦੇ ਨੇ, ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਗੱਲਬਾਤ ਜਾਰੀ ਰੱਖਾਂਗੇ। ਪਲੀਜ਼ ਡੋਂਟ ਗੋ ਟੂ ਫਾਰ, ਵਾਚ ਕਰਦੇ ਰਹਿਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਦ ਸੈਕੰਡ ਪਾਰਟ। ਮੈਂ ਰੀਅਲੀ ਉਮੀਦ ਕਰਦਾ, ਦੇਖੋ ਬੜਾ ਹਾਰਡ ਵਰਕ ਹੁੰਦਾ ਹੈ ਮੈਨੂੰ, ਪ੍ਰੈਪਰੇਸ਼ਨ ਕਰਨੀ, ਕੁਐਸਚਨ ਆਨਸਰ ਕਰਨੇ, ਗੈਸਟ ਲੱਭਣਾ, ਟੌਪਿਕ ਲੱਭਣਾ, ਹਰ ਟੌਪਿਕ, ਹਰ ਸ਼ੋ ਮੇਰੀ ਕੋਸ਼ਿਸ਼ ਹੁੰਦੀ ਕਿ ਤੁਹਾਡਾ ਭਲਾ ਹੋਵੇ ਇਹਦੇ ਵਿੱਚ। ਜਿੱਦਾਂ ਭਾਜੀ ਤੁਸੀਂ ਗੱਲ ਕਰਦੇ ਹੋ ਕਮਿਊਨਿਟੀ ਲਈ, ਕੰਟਰੀ ਲਈ, ਆਪਣੇ ਬੱਚਿਆਂ ਲਈ ਤੁਸੀਂ ਕੁਝ ਸੁਧਾਰ ਕੇ ਜਾਓ। ਮੇਰਾ ਮਕਸਦ ਉਹੀ ਹੁੰਦਾ ਪਿਆ। ਤੁਸੀਂ ਵੀ ਅੱਛਾ ਲੱਗਦਾ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਲਾਈਕ ਕਰਦੇ ਹੋ ਕਿ ਜਦੋਂ ਅਕਾਲ ਚੈਨਲ ਦੇ ਅੰਦਰ ਦੀ ਸ਼ੋਅ ਕਰਦੀ ਹੈਗੀ ਹੈ। ਭਾਜੀ ਕੋਸ਼ਿਸ਼ ਆਈ ਹੁੰਦੀ ਹੈ, ਔਰ ਬੰਦੇ ਸੁਣਨ ਨਾ ਸੁਣਨ ਅੱਗੇ ਉਹਨਾਂ ਦੀ ਮਰਜ਼ੀ ਹੁੰਦੀ ਹੈ। ਪਰ ਪਲੀਜ਼ ਮੈਂ ਤੁਹਾਨੂੰ ਬਹੁਤ ਸੀਰੀਅਸਲੀ ਕਹਾਂਗਾ, ਜਦੋਂ ਭਾਜੀ ਗੱਲਾਂ ਕਰਦੇ ਨੇ, ਬਿਕੋਜ਼ ਦੇ ਐਕਸਪਰਟ ਇਨ ਦਿਸ ਐਦੇ ਟ੍ਰੇਡ ਦੇ ਵਿੱਚ ਬੜੇ ਸਟਰੋਂਗ ਲਫ਼ਜ਼ ਉਹਨਾਂ ਨੇ ਕਹੇ ਨੇ। ਇਹ ਪਹਿਲਾਂ ਜਿਹੜੇ ਰਿਸਰਚਰ ਹੁੰਦੇ ਸੀਗੇ, ਵੱਡੇ ਵੱਡੇ ਸਾਇੰਟਿਸਟ, ਉੱਥੇ ਤੱਕ ਰਹਿ ਜਾਂਦੀ ਸੀ ਗੱਲ, ਅੱਗੇ ਨਹੀਂ ਪਹੁੰਚਦੀ। ਹੁਣ ਆਪਣੇ ਟੈਲੀਵਿਜ਼ਨ ਦੇ ਰਸਤੇ ਅਸੀਂ ਤੁਹਾਡੇ ਘਰ ਤੱਕ ਪਹੁੰਚਾ ਰਹੇ ਹਾਂ। ਇਹਦੇ 'ਤੇ ਗੌਰ ਕਰੋ, ਬੱਚਿਆਂ ਨੂੰ ਦੱਸੋ। ਅਗਰ ਤੁਹਾਡੇ ਘਰ ਕੋਈ ਚੀਜ਼ ਬੱਚਾ ਵੇਸਟ ਕਰਦਾ, ਜਿੱਦਾਂ ਟੋਇਲਟ ਦੀ ਗੱਲ ਕਰਦੇ, ਫਲਸ਼ ਕਰਨ ਦਾ, ਸ਼ਾਵਰ ਦੀ ਗੱਲ ਕਰਦੇ, ਹੋਰ ਬੜੇ ਗੱਲਾਂ ਕਰਦੇ ਆ, ਉਹਨਾਂ 'ਤੇ ਧਿਆਨ ਦੇਵੋ। ਕੋਈ ਇੱਦਾਂ ਨਾ ਟਾਈਮ ਆ ਜਾਏ ਕਿ ਸਾਨੂੰ ਖਾਣਾ ਬਾਵਜੂਦ ਹੁੰਦੇ ਆ ਵੀ ਅਸੀਂ ਭੁੱਖ ਨਾਲ ਮਰੀਏ ਔਰ ਪਿਆਸੇ ਮਰੀਏ ਉਹਦੇ ਨਾਲ। ਨਹੀਂ ਬਿਲਕੁਲ, ਯੂ ਆਰ ਸੋ ਰਾਈਟ। ਆਈ ਮੀਨ ਹੁਣ ਤੁਸੀਂ just changing from water and this, let's go to electronics। ਭਾਜੀ ਬਿਲਕੁਲ ਜੋ ਮੋਬਾਈਲ ਫੋਨ ਦੀ ਗੱਲ ਕਰਦੇ, ਮੋਬਾਈਲ ਜਦ ਤੁਸੀਂ very right what you said, mobile phone। ਅੱਜ ਕੱਲ ਬੱਚੇ ਕੋਲ ਮੋਬਾਈਲ ਫੋਨ ਹੈ। ਜੋ ਇਲੈਕਟ੍ਰੋਨਿਕ ਦੀ ਇੰਡਸਟਰੀ, ਕੰਪਿਊਟਰ, ਅਸੀਂ ਕੰਪਿਊਟਰ ਹੁਣ ਮੇਰਾ ਕੰਪਿਊਟਰ ਜਰਾ ਸੁਸਤ ਹੋ ਗਿਆ ਸੀ, ਤੇ ਮੈਂ ਮੇਰੇ ਪੁੱਤਰ ਨੂੰ ਕਿਹਾ, ਫਟਾਫਟ ਆਰਡਰ ਕਰਕੇ ਜੀ। ਉਹ ਸਸਤਾ ਪਹਿਲੇ 1000 ਜਾਣਾ ਸੀ, ਹੁਣ 400 ਕੇ 30 ਕੇ 500 ਪਾउंड ਦਾ ਕੰਪਿਊਟਰ ਆ ਗਿਆ ਮੇਰੇ ਘਰ। ਲੇਕਿਨ ਪੁਰਾਣੇ ਕੰਪਿਊਟਰ ਨੂੰ ਕੀ ਕਰਨਾ? ਕੰਪਿਊਟਰ ਬਿਜ਼ਨਸ ਦੀ ਵੈਲਿਊ ਕੀ ਹੈਗੀ? ਮਤਲਬ ਮੇਰੇ ਕੋਲ ਕੁਝ ਫਿਗਰਸ ਲਿਖੇ ਨੇ। ਇਸ ਵੇਲੇ 4 ਬਿਲੀਅਨ ਲੋਕ, ਦੁਨੀਆ ਦੀ ਆਬਾਦੀ ਇਸ ਵੇਲੇ 8 ਬਿਲੀਅਨ ਹੈ। 4 ਬਿਲੀਅਨ ਲੋਕ ਇਸ ਵੇਲੇ ਸਮ ਫਾਰਮ ਔਰ ਦੀ ਅਦਰ ਕੰਪਿਊਟਰ ਜਾਂ ਡਿਜੀਟਲ ਮੀਡੀਆ ਨੂੰ ਯੂਜ਼ ਕਰ ਰਹੇ ਨੇ। 50% ਆਫ ਵਰਲਡ ਪੋਪੂਲੇਸ਼ਨ। ਬਿਲਕੁਲ। ਔਰ ਇਹ ਯੂਜ਼ ਕਰ ਰਹੇ ਨੇ, ਇਹ ਬਿਜ਼ਨਸ ਦੀ ਇਕੋਨੋਮੀ ਕ੍ਰੀਏਟ ਕਰ ਰਹੇ ਨੇ। They are creating economy of $4 trillion. 4 trillion means 4,000 billion dollars. UK ਦੀ total economy ਤੋਂ ਜ਼ਿਆਦਾ E-West electronic industry ਦੀ global economy 4 trillion dollars। ਔਰ ਇਹ ਲੋਕ ਕਮ ਸੇ ਕਮ ਜਿਹੜੇ ਅਸੀਂ WhatsApp ਦੇ ਯੂਜ਼ ਕਰਦੇ ਨਾ ਸੌਫਟਵੇਅਰ, 5 ਮਿਲੀਅਨ ਤੋਂ ਉੱਤੇ ਸੌਫਟਵੇਅਰ ਅਸੀਂ ਯੂਜ਼ ਕਰਦੇ ਪਏ ਦੁਨੀਆ ਭਰ। ਔਰ ਟੋਟਲ ਗੀਗਾਬਾਈਟ ਜਿਹਦੀ ਡੇਟਾ ਐਕਸਚੇਂਜ ਹੋ ਰਹੀ ਹੈ, that is worth 50 trillion gigabytes। ਇਹ ਤੇ ਅੱਜ ਕੱਲ੍ਹ ਦਾ ਮੈਂ ਗੱਲ ਕਰ ਰਿਹਾ। ਹੁਣ ਤੁਸੀਂ ਆਪਣੇ ਬੱਚੇ ਦੇਖੋ, ਮੇਰੀ ਗ੍ਰੈਂਡ ਡਾਟਰ 3-3.5 ਸਾਲ ਦੀ, ਮੈਨੂੰ ਦੇਖਦਾ ਉਹਦਾ ਮਾਈਂਡ ਇਤਨਾ ਮਤਲਬ ਫਾਸਟ ਮੂਵਿੰਗ ਹੈਗਾ in terms of gadgets, understanding, very smart। So these figures will be completely washed out in 10 years time। ਜਿਹੜੇ ਸੌਰੀ ਭਾਜੀ ਫਿਗਰ ਦੇ ਰਹੇ ਨੇ, ਇਹ ਜਦੋਂ ਐਟ ਦਾ ਟਾਈਮ ਜਦੋਂ ਇਹਨਾਂ ਨੇ ਰਿਸਰਚ ਕੀਤਾ, ਉਦੋਂ ਦੇ ਜਿੱਦਾਂ ਕਹਿੰਦੇ ਉਹ ਚੇਂਜ ਹੁੰਦੇ ਰਹਿੰਦੇ ਨੇ। ਡੇਟਾ ਇਜ਼ ਚੇਂਜਿੰਗ। ਲੋ ਤਾਂ ਨਹੀਂ ਹੋਣਗੇ, ਮਤਲਬ ਤਾਂ ਹਾਈ ਹੋਣਗੇ, ਲੋ ਤਾਂ ਕੋਈ ਉਮੀਦ ਨਹੀਂ ਹੈਗੀ ਹੁੰਦੀ। ਸੋ ਵਾਟ ਆਈ ਐਮ ਸੇਇੰਗ, ਵੀ ਆਰ ਕੰਜ਼ਿਊਮਿੰਗ। ਅਸੀਂ ਹਿਊਮਨ ਪੋਪੂਲੇਸ਼ਨ ਨੇ ਕੰਜ਼ੰਪਸ਼ਨ ਸਿੱਖੀ ਹੈ। ਕੰਜ਼ੰਪਸ਼ਨ ਨੂੰ ਪ੍ਰੀਜ਼ਰਵ ਕਰਨਾ, ਕੰਜ਼ੰਪਸ਼ਨ ਨੂੰ
ਚੈਨਲਾਈਜ਼ ਕਰਨਾ ਇਨ ਅ ਰਾਈਟ ਡਾਇਰੈਕਸ਼ਨ। ਜਿਸ ਤਰ੍ਹਾਂ ਕੋਕੋਲਾ ਦੀ ਬੋਤਲ ਪੀ ਲਈ, ਪਾਣੀ ਦੀ ਬੋਤਲ ਪੀ ਲਈ, ਦੁੱਧ ਦੀ ਬੋਤਲ ਪੀ ਲਈ, ਉਹ ਅਸੀਂ ਠਾਹ ਸੁੱਟ ਦਿੱਤੀ। ਅਗਰ 2 ਮਿੰਟ ਰੁਕ ਕੇ ਦੇਖੀਏ ਬਈ ਇਹ ਦੇਖੋ 5 ਸੌਫਟ ਡਰਿੰਕ ਦੀ ਬੋਤਲਾਂ ਨਾਲ ਇੱਕ ਜਰਜ਼ੀ ਇੱਕ ਟੀ-ਸ਼ਰਟ ਬਣਦੀ, ਸਿਰਫ 5 ਬੋਤਲਾਂ ਨਾਲ। 30 ਕੇ 32 ਬੋਤਲਾਂ ਨਾਲ ਜਿਹੜੇ ਸਲੀਪਿੰਗ ਬੈਗ ਨਹੀਂ ਅਸੀਂ ਯੂਜ਼ ਕਰਦੇ ਬੱਚੇ ਪੋਲੀਟਿਕਲ ਦੇ ਸਲੀਪਿੰਗ, ਇੱਕ ਸਲੀਪਿੰਗ ਬੈਗ 30 ਕੇ 32 ਸੌਫਟ ਡਰਿੰਕ ਦੀ ਬੋਤਲ ਨਾਲ ਬਣ ਜਾਂਦਾ। ਹੁਣ ਤੁਸੀਂ ਦੇਖੋ ਜੇ ਤੁਸੀਂ ਅਗਰ ਕਹੋ ਕਿ ਤੁਸੀਂ ਆਪਣੇ ਘਰ ਹਰ ਮਹੀਨੇ 50 ਬੋਤਲਾਂ ਤੁਸੀਂ ਰੀਸਾਈਕਲਿੰਗ 'ਚ ਪਾਉਂਦੇ ਹੋ ਤਾਂ ਯੂ ਆਰ ਰੀਅਲੀ ਰਿਸਪੋਂਸਿਬਲ ਫॉर ਪ੍ਰੋਡਕਸ਼ਨ ਆਫ ਐਟਲੀਸਟ 2 ਸਲੀਪਿੰਗ ਬੈਗਸ। ਇਟਸ ਅ ਕ੍ਰੈਡਿਟ, ਅਦਰਵਾਈਜ਼ ਸਲੀਪਿੰਗ ਬੈਗ ਦੀ ਡਿਮਾਂਡ ਤਾਂ ਵੱਧਦੀ ਜਾ ਰਹੀ ਹੈ ਅਤੇ ਉਹ ਜੇ ਤੁਹਾਡੇ ਬੋਤਲਾਂ ਦੇ ਵਿੱਚੋਂ ਨਹੀਂ ਬਣੇਗੀ ਤੇ ਉਹ ਵਰਜਿਨ ਮਟੀਰੀਅਲ ਲਿਆ ਕੇ ਬਣਾਉਣਗੇ। ਅਤੇ ਇਸ ਵੇਲੇ 9 ਬਿਲੀਅਨ ਟਨ ਪਲਾਸਟਿਕ ਅਸੀਂ ਬਣਾ ਕੇ ਸੁੱਟ ਚੁੱਕੇ ਹਾਂ। ਵੀ ਆਰ ਕੰਜ਼ਿਊਮਿੰਗ ਲਾਈਕ ਵਾਟਰ ਪਲਾਸ, ਵੀ ਡੋਂਟ ਇਵਨ ਥਿੰਕ। ਸੋ ਇਸ ਕਰਕੇ ਦੁਨੀਆ 'ਤੇ ਵਜਨ, ਧਰਤੀ 'ਤੇ ਵਜਨ ਪੈ ਰਿਹਾ, एनवायरमेंट खराब हो रहा। ਅਸੀਂ ਹਰ ਬੰਦਾ ਕਹੇ ਜੀ ਡਜ਼ਨਟ ਮੈਟਰ ਮੈਂ ਛੋਟਾ ਕੰਮ ਕਰ ਰਿਹਾ ਵੱਡਾ ਕੰਮ ਕਰ ਰਿਹਾ, ਮੈਂ ਤਾਂ ਸਾਰਿਆਂ ਨੂੰ ਕਹਿੰਦਾ ਨੋ ਜੋਬ ਇਜ਼ ਟੂ ਸਮੋਲ ਵੈਨ एनवायरमेंट ਇਜ਼ ਕੰਸਰਨ, ਕਿਉਂਕਿ ਇਟਸ ਅ ਕਿਊਮੂਲੇਟਿਵ ਇਫੈਕਟ। ਅਗਰ ਸਾਰੇ ਮਿਲ ਕੇ ਥੋੜਾ ਕਰਦੇ ਆ ਤੇ ਹੁਣ ਲੰਗਰ ਹੈਗਾ, ਸਾਰੇ ਮਿਲ ਕੇ ਸੇਵਾ ਕਰਦੇ ਨੇ, ਉਹ ਸਾਰੇ ਦੀ ਸੇਵਾ ਮਿਲ ਕੇ ਕਿੰਨਾ ਸੋਨਾ ਗੁਰਦੁਆਰੇ ਜ਼ਿਆਦਾ ਲੰਗਰ ਬਣ ਜਾਂਦਾ। ਸੇਵਾ ਤੇ ਸੰਗਤ ਦੀ ਮਿਲ ਕੇ ਹੈ ਨਾ। ਟੂ ਰੀਸਾਈਕਲਿੰਗ ਨੂੰ ਇਹ ਸਮਝੋ ਕਿ ਸਾਰੀ ਦੁਨੀਆ ਦੇ ਸੰਗਤ ਹੈਗੇ, ਅਸੀਂ ਸਾਰੇ ਮਿਲ ਕੇ ਇਹਨੂੰ ਚੈਨਲਾਈਜ਼ ਕਰਨਾ ਹੈ ਤਾਂ ਕਿ ਵੇਸਟ ਜਿਹੜਾ ਹੈ ਕੂੜੇ ਵਿੱਚ ਨਾ ਚਲਾ ਜਾਏ, ਵੇਸਟ ਦਾ ਯੂਜ਼ ਹੋਵੇ। ਦੂਜਾ ਹੈਗਾ ਹੁਣ ਟਰੀ ਹੈਗੀ ਜਿਹੜੀ ਨੈਟ ਜ਼ੀਰੋ ਕਹਿੰਦੇ 2050 ਤੱਕ ਨੈਟ ਜ਼ੀਰੋ ਅਸੀਂ ਕਰਨੀ। ਨੈਟ ਜ਼ੀਰੋ ਦਾ ਮਤਲਬ ਹੈ ਤੇ ਮਾਈਨਸ ਤੇ ਪਲੱਸ ਨੂੰ ਮਿਲਾ ਕੇ ਜ਼ੀਰੋ ਹੋਣਾ ਚਾਹੀਦਾ। ਜ਼ੀਰੋ ਹੋਣਾ ਚਾਹੀਦਾ ਤੇ ਕਿਉਂਕਿ ਜ਼ੀਰੋ ਨਹੀਂ ਹੋਏਗਾ, ਮਾਈਨਸ ਤੇ ਬਿਲਕੁਲ ਮੈਂ ਸਮਝਾ ਤੁਹਾਡਾ ਉਹਨਾਂ ਦਾ ਨੈਟ, ਕਿਉਂਕਿ ਪਲੱਸ ਜਰਾ ਅੱਛਾ ਕੰਮ ਕਰ ਰਹੇ ਹੋ, ਮਾਈਨਸ ਜਰਾ ਤੁਸੀਂ 에ਅਰ ਕੰਡੀਸ਼ਨਰ ਚਲਾ ਰਹੇ ਕਾਰਬਨ ਸੁੱਟੀ ਜਾ ਰਹੇ ਹੋ। ਹੁਣ ਗੱਡੀ ਦੀ 에ਅਰ ਕੰਡੀਸ਼ਨ ਜਿਹੜੀ ਹੁਣ ਪੁਰਾਣੇ ਜ਼ਮਾਨੇ ਜਿਹੜੀ ਗੈਸ ਪੈਂਦੀ ਸੀ, ਹੁਣ ਗੈਸ ਬਦਲ ਗਈ, ਉਹ ਪੁਰਾਣੀ ਗੈਸ ਨਾਲ ਪੋਲਿਊਸ਼ਨ ਵੱਧਦਾ ਸੀ, ਉਹਦੇ ਮਾਈਨਸ ਪੁਆਇੰਟ ਬਣਦੇ ਪਏ ਨੇ। ਪਰ ਤੁਸੀਂ ਪਲੱਸ ਪੁਆਇੰਟ ਵਾਲਾ ਵੀ ਕੰਮ ਕਰੋ ਨਾ। ਹੁਣ ਪਲੱਸ ਪੁਆਇੰਟ ਵਾਲਾ ਜ਼ੀਰੋ ਤੇ ਆਏਗਾ ਨਾ, ਫਿਰ ਜ਼ੀਰੋ ਆਏਗਾ। ਪਰ ਲੋਕਾਂ ਨੂੰ ਲੱਗਦਾ ਕਿ ਉਹ ਜ਼ੀਰੋ ਤੇ ਆ ਜਾਏਗਾ, ਬਿਲਕੁਲ ਇਦਾਂ ਨਹੀਂ ਹੋ ਸਕਦਾ ਨਾ। ਮਾਈਨਸ ਤਾਂ ਰਹੇਗਾ ਪਰ ਪਲੱਸ ਵਧਾਓ। ਪਲੱਸ ਇਸ ਕਾਰਬਨ ਕੈਪਚਰ। ਹੁਣ ਪਲੱਸ ਦਾ ਇੱਕ ਸਿੰਪਲ ਹੈਗਾ ਕਿ ਅਸੀਂ ਕਹਿੰਦੇ ਹਾਂ ਟਰੀ ਪਲਾਂਟੇਸ਼ਨ ਕਰੋ। ਹੁਣ ਮੈਂ ਲਾਸਟ ਈਅਰ ਅਨਾਊਂਸ ਕੀਤਾ ਸੀ, ਜਿਹੜਾ ਮੈਂ ਗਲੋਬਲ ਰਿਸਾਈਕਲਿੰਗ ਫਾਊਂਡੇਸ਼ਨ ਜਿਹੜਾ ਮੈਂ ਚਲਾ ਰਿਹਾ, 18 ਮਾਰਚ ਨੂੰ ਸਾਰੀ ਦੁਨੀਆ ਵਿੱਚ ਅਸੀਂ ਗਲੋਬਲ ਰਿਸਾਈਕਲਿੰਗ ਡੇ ਮਨਾਉਂਦੇ ਹਾਂ। ਲਾਸਟ ਟਾਈਮ ਮੇਰੀ ਲਾਸਟ ਗਲੋਬਲ ਰਿਸਾਈਕਲਿੰਗ ਡੇ ਦੇ ਕਰੀਬ 2 ਬਿਲੀਅਨ ਲੋਕਾਂ ਦੀ ਫੋਲੋਇੰਗ ਹੋਈ ਹੈ ਵਰਲਡ ਵਾਈਡ ਇਨ ਅਬਾਊਟ 60 ਕੰਟਰੀਜ਼ that we celebrate global recycling. 2 billion people. This is a concept I started 4 years ago. ਉਹਨਾਂ ਨੂੰ ਮੈਂ ਕਹਿੰਦਾ, ਮੈਂ ਲਾਸਟ ਅਨਾਊਂਸ ਕੀਤਾ ਕਿ ਮੈਂ 2.5 ਲੱਖ ਟਰੀ ਪਲਾਂਟ ਕਰਨਾ ਚਾਹੁੰਦਾ ਥਰੂ ਮਾਈ ਆਰਗੇਨਾਈਜੇਸ਼ਨ। ਅਕਾਲ ਚੈਨਲ ਕੱਲ ਗੁਰੂ ਮਿਹਰ ਕਰੇ ਤੁਸੀਂ ਅਨਾਊਂਸ ਕਰੋ ਜੀ ਅਸੀਂ 1 ਲੱਖ ਟਰੀ ਪਲਾਂਟ ਕਰਨਾ ਚਾਹੁੰਦੇ। ਇੱਕ ਫੋਰੈਸਟ ਲੈ ਲਓ, ਅਫਰੀਕਾ ਲੈ ਲਓ, ਕਿੱਥੇ ਵੀ ਲੈ, ਕਿਉਂਕਿ ਮੈਂ ਕਿਹਾ ਪੋਲਿਊਸ਼ਨ ਨੂੰ, ਕਾਰਬਨ ਨੂੰ ਟਰੈਵਲ ਕਰਨ ਦਾ ਵੀਜ਼ਾ ਨਹੀਂ ਚਾਹੀਦਾ। ਧਰਤੀ ਮਾਤ 'ਤੇ ਕਿੱਥੇ ਵੀ ਤੁਹਾਨੂੰ ਜਗ੍ਹਾ ਮਿਲੇ, ਤੁਸੀਂ ਕਹੋ ਇਸ ਜਗ੍ਹਾ 'ਤੇ ਅਸੀਂ 1 ਲੱਖ ਦਰਖਤ ਪਲਾਂਟ ਕਰਾਂ। ਸੰਗਤ ਕੋਲੋਂ 10 ਪਾਉਂਡ ਪਰ ਟਰੀ ਲਓ, 1 ਲੱਖ ਟਰੀ ਉੱਥੇ ਪਲਾਂਟ ਕਰੋ, 3-4 ਸਾਲ ਉਹਦੀ ਸੇਵਾ ਕਰੋ ਤਾਂ ਕਿ ਉਹ ਜਾਨਵਰ ਉਹ ਟਰੀ ਨੂੰ ਖਰਾਬ ਨਾ ਕਰ ਜਾਣ। ਇੱਕ ਵਾਰ 3-4 ਸਾਲਾਂ ਨੂੰ ਟਰੀ ਪੱਕਾ ਹੋ ਗਿਆ, ਉਹਨੇ ਜੀ ਕਾਰਬਨ ਐਬਜ਼ੋਰਬ ਕਰਨਾ। ਟਰੀ ਦੀ ਖੂਬੀ ਕੀ ਹੈ, ਕਾਰਬਨ ਐਬਜ਼ੋਰਬ ਕਰਦਾ, ਆਕਸੀਜਨ ਬਾਹਰ ਸੁੱਟਦਾ। ਆਕਸੀਜਨ ਬਾਹਰ ਸੁੱਟਦਾ ਤੇ ਵਾਤਾਵਰਨ ਅੱਛੀ ਹੁੰਦੀ, ਹੈਲਦੀ ਐਟਮੋਸਫੀਅਰ। ਕਾਰਬਨ ਚੁੱਕਦਾ ਤੇ ਪੋਲਿਊਸ਼ਨ ਘਟਦਾ। 60 ਦਰਖਤ ਨਾਲ 1 ਟਨ ਕਾਰਬਨ ਐਬਜ਼ੋਰਬ ਹੁੰਦਾ। ਪਰ ਜੀ ਪਰ ਇੱਕ ਮੈਨੂੰ ਸਮਝਾਓ ਥੋੜਾ ਜਿਹਾ, ਮੈਂ ਆਮ ਨੋਟ ਟੇਕਿੰਗ ਔਨ ਦ ਲਾਈਟਲੀ ਸਾਈਡ ਦੇ ਉੱਪਰ, ਫਿਰ ਮੇਰੇ ਦਿਮਾਗ 'ਚ ਗੱਲ ਆਈ ਇਸ ਕਰਕੇ ਮੈਂ ਥੋੜ੍ਹਾ ਜਿਹਾ ਸਮਾਈਲ ਕੀਤਾ। ਅਸੀਂ ਜਦੋਂ ਇੱਥੇ ਨਵੇਂ ਆਏ, ਲੋਕਾਂ ਨੇ ਨੌਕਰੀਆਂ ਲੱਭੀਆਂ, ਮਕਾਨ ਲੈਣੇ ਸ਼ੁਰੂ ਕਰ ਦਿੱਤੇ। ਜਿਹੜੇ ਅਸੀਂ ਕੇਪੇਬਲ ਹੋ ਗਏ, ਜਿਨ੍ਹਾਂ ਨੇ ਮਕਾਨ ਲਿੱਤੇ ਨਾ, ਸਭ ਤੋਂ ਪਹਿਲਾਂ ਉਹਨਾਂ ਨੇ ਫਰੰਟ ਗਾਰਡਨ ਪੱਟ ਕੇ ਨਾ ਪੱਕਾ ਕਰਤਾ ਸਾਰਾ। ਕਿਉਂ ਸਾਨੂੰ ਨੌਲੇਜ ਨਹੀਂ ਚੀਜ਼ਾਂ ਦੀ। ਇਹ ਮੇਰੇ ਨਾਲ ਇੱਕ ਹੋਰ ਬੜਾ ਇੰਟਰਸਟਿੰਗ ਸਵਾਦ ਆ ਰਿਹਾ। ਭਾਜੀ ਅਸੀਂ ਸ਼ੋਅ ਕਰਾਂਗੇ, ਕਿੰਨੇ ਸ਼ੋਅ ਕਰਾਂਗੇ ਤਾਂ ਕਿ ਲੋਕਾਂ ਤੱਕ ਸੀਰੀਅਸ ਮੈਸੇਜ ਪਹੁੰਚੇਗਾ। ਹੁਣ ਮੈਂ ਉਹਨੂੰ ਕੰਪੇਅਰ ਕਰਦਾ ਇਸ ਸਾਲ ਜਿਹੜੇ ਹੁਣ ਅਬਾਊਟ 42 ਕੇ 45 ਕਰਨ ਨੂੰ ਅੱਗ ਲੱਗੀ ਹੈ ਜਗ੍ਹਾ ਦੇ ਉੱਪਰ, ਐਂਡ ਪੈਨਿਕ ਬਟਨ ਵੀ ਪੁਸ਼ ਹੋ ਚੁੱਕਾ ਸੀਗਾ। ਦੇ ਫਾਰ ਬ੍ਰਿਗੇਡ ਉਹਨੂੰ ਕੋਪ ਨਹੀਂ ਕਰ ਸਕਦੀ ਕਿ ਇੰਨੇ ਕਾਲ ਸੀਗੇ, ਛੋਟੇ ਮੋਟੇ ਹਰ ਤਰ੍ਹਾਂ ਦੇ ਮੇਜਰ ਇੰਸੀਡੈਂਟ ਉਹਨਾਂ ਦੇ ਰਿਪੋਰਟ ਹੋਏ। ਛੋਟਾ ਤਾਂ ਪਤਾ ਵੀ ਨਹੀਂ ਲੱਗਦਾ ਨਾ। ਅਤੇ ਇੱਦਾਂ ਦੀ ਚੀਜ਼ ਦੇਖ ਕੇ ਲੋਕਾਂ ਨੂੰ ਸਮਝ ਆਏਗੀ ਕਿ ਟੀ ਵੀ ਤੋਂ ਸੁਣ ਕੇ ਮਜ਼ਾ ਉਹਨਾਂ ਨੂੰ ਸਮਝ ਆਏਗੀ। ਨਹੀਂ ਮੈਂ ਲੋਕਾਂ ਨੂੰ ਥੋੜ੍ਹੀ ਅਵੇਅਰਨੈਸ ਥੋੜ੍ਹੀ ਮਾਈਂਡ ਵਿੱਚ ਆ ਰਹੀ ਹੈ, ਕਿਉਂਕਿ ਉਹਨਾਂ ਦੇ ਬੱਚੇ ਜਦੋਂ ਸਕੂਲ ਜਾਂਦੇ ਨੇ, ਛੋਟੇ ਬੱਚਿਆਂ ਨੂੰ ਸਕੂਲ। ਹੁਣ ਮੈਂ ਅਫਰੀਕਾ ਵਿੱਚ ਡਰਾਈਵ ਸ਼ੁਰੂ ਕੀਤੀ ਰੀਸਾਈਕਲਿੰਗ ਦੇ। ਆਈ ਐਮ ਵਰਕਿੰਗ ਵਿਦ ਸਕੂਲ ਕਿਡਸ।
ਨਾਈਜੀਰੀਆ, ਗਾਨਾ, ਸਾਊਥ ਅਫਰੀਕਾ, ਕੀਨੀਆ, ਯੂਗਾਂਡਾ, ਆਈ ਗੋਟ ਅ ਬਿਗ ਫੋਲੋਇੰਗ। ਸਕੂਲਸ ਮੈਨੂੰ ਫੋਲੋ ਕਰਦੇ ਨੇ। ਮੈਂ ਉਹਨਾਂ ਨੂੰ ਪੁਸ਼ ਕਰਦਾ ਕਿ ਸਕੂਲਾਂ 'ਚ ਤੁਸੀਂ ਕਰੋ ਜੀ, ਸਭ ਬੱਚੇ ਪਲਾਸਟਿਕ ਦੀ ਬੋਤਲਾਂ ਇਕੱਠੇ ਕਰਕੇ ਲਿਆਉਣਗੇ। ਜੇ ਇੰਨੀਆਂ ਬੋਤਲਾਂ ਆ ਗਈਆਂ, ਉੱਥੇ ਕਿਸੇ ਲੋਕਲ ਬੰਦੇ ਨਾਲ ਟਾਈ ਅਪ ਕਰਨਾ। ਇਹ ਅਗਰ ਤੁਹਾਨੂੰ ਬੋਤਲ ਲਿਆਏਗਾ, ਜੇ 100 ਪਾਉਂਡ ਬੋਤਲ ਦੀ ਵੈਲਿਊ ਹੈ ਤਾਂ 100 ਤੁਸੀਂ ਪਾਓ, 200 ਪਾਉਂਡ ਦਾ ਸਕੂਲ ਨੂੰ ਇੱਕ ਕੰਪਿਊਟਰ ਲੈ ਕੇ ਦਿਓ। ਵੈਰੀ ਨਾਈਸ। So I'm linking benefit plus environmental service. So this is a mission I'm launching it called Africa Vision 2030. तो पर क्वेश्चन अवेयरनेस है कि बनवीर जी ਤੁਹਾਡਾ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ। ਵਾਈ? ਕਿਉਂਕਿ ਤੁਸੀਂ ਜੋ ਇੱਕ ਥੋਟ ਪ੍ਰੋਸੈਸ ਮਾਈਂਡ ਵਿੱਚ ਚੱਲ ਰਿਹਾ, ਇਹ ਡਿਸਕਸ਼ਨ ਨਾਲ ਉਹ ਥੋਟ ਪ੍ਰੋਸੈਸ ਕਨਵਰਟਸ ਇਨਟੂ ਰਿਐਲਿਟੀ। ਬਿਲਕੁਲ। ਹੁਣ ਤੁਹਾਡੇ ਪ੍ਰੋਗਰਾਮ ਵਿੱਚ ਜਿੰਨੇ ਵਾਰੀ ਦੇਖਦਾ, ਜਦੋਂ ਤੁਸੀਂ ਡਿਸਕਸ਼ਨ ਕਰਦੇ ਹੋ, ਕਨਸੈਪਟ ਸਿੰਪਲ ਹੁੰਦਾ, ਲੇਕਿਨ ਡਿਸਕਸ਼ਨ ਸੁਣ ਕੇ ਲੱਗਦਾ ਕਿ ਯਾਰ ਇਹ ਗੱਲ ਸੱਚੀ ਹੈ, ਮੈਨੂੰ ਇਸ ਤਰ੍ਹਾਂ ਕਰਨੀ ਚਾਹੀਦੀ। ਪਰ ਜੀ 50 ਬੰਦਿਆਂ ਤੋਂ 5 ਬੰਦੇ ਵੀ ਅੱਜ ਫਰਕ ਕਰ ਲੈਣ ਅੱਜ ਤੋਂ ਬਾਅਦ ਇਹ ਪ੍ਰੋਗਰਾਮ ਦੇਖ ਕੇ ਵੀ ਸਾਨੂੰ ਲੱਗੇ ਕਿ ਅਸੀਂ ਕੁਛ ਨਾ ਕੁਛ ਅਚੀਵ ਕੀਤਾ ਗਾ। ਬਿਗ ਅਚੀਵਮੈਂਟ ਹੈ, ਬੜੀ ਵੱਡੀ ਅਚੀਵਮੈਂਟ ਹੈਗੀ ਆ। ਇਸੇ ਤਰ੍ਹਾਂ 5 ਤੋਂ 10 ਨੂੰ 10 ਤੋਂ 15 ਨੂੰ ਪਤਾ ਲੱਗੇਗਾ। ਭਾਜੀ ਬਹੁਤ 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 ਲੋੜ ਹੈਗੀ ਆ ਕਲਾਈਮੇਟ ਚੇਂਜ ਦੀ। ਇਹ ਸਾਲ ਤੇ ਲੋਕੀ ਨਾ ਗਰਮੀਆਂ ਨੂੰ ਕਹਿੰਦੇ ਗਰਮੀ ਚਾਹੀਦੀ, ਠੰਡੀ ਹੈ ਠੰਡੀ ਹੈ। 2 ਵੀਕ ਇੱਦਾਂ ਦੀ ਪਈ ਹੈ, ਲੋਕਾਂ ਨੇ ਕੰਨਾਂ ਨੂੰ ਹੱਥ ਲਾ ਲਿਆ ਕਿ ਸਾਨੂੰ ਠੰਡੀ ਠੀਕ ਹੈ, ਗਰਮੀ ਨਹੀਂ ਚਾਹੀਦੀ। ਪਰ ਉਹਦੇ ਬਾਰੇ ਕੁਝ ਕਰਨਾ ਪਏਗਾ। ਨਹੀਂ ਵੀਰ ਜੀ, ਰੱਬ ਨੇ ਥੋੜਾ ਕੋਈ ਬਟਨ ਲੱਗਿਆ, ਉਹਨੇ ਠੰਡੀ ਭੇਜਤੀ ਤੇ ਗਰਮੀ ਭੇਜਤੀ। ਹੁਣ ਦੇਖੋ ਹਵਾਈ ਜਹਾਜ਼ ਨੇ, ਜਿੰਨੇ ਹਵਾਈ ਜਹਾਜ਼ ਦੁਨੀਆ 'ਚ ਉੱਡਦੇ ਨੇ, ਉਹ ਹਵਾਈ ਜਹਾਜ਼ ਵਿੱਚ ਜਿਹੜਾ ਪੋਲਿਊਸ਼ਨ ਨਿਕਲਦਾ ਨਾ, 600 ਮਿਲੀਅਨ ਟਨ। ਗਲੋਬਲ ਐਰੋਪਲੇਨਸ ਆਰ ਪੋਲਿਊਟਿੰਗ ਦ ਪਲੈਨਟ ਵਿਦ 600 ਮਿਲੀਅਨ ਟਨਸ। ਇਸ ਕਰਕੇ ਸਾਨੂੰ ਪੁੱਛਣਾ ਚਾਹੀਦਾ ਜੀ, ਮੈਨੂੰ ਟ੍ਰਿਪ ਕਰਨ ਦੀ ਲੋੜ ਹੈ? ਅਗਰ ਨਹੀਂ ਲੋੜ ਹੈ, 3 ਦੀ ਜਗ੍ਹਾ ਮੈਂ 2 ਟ੍ਰਿਪ ਨਾਲ ਗੁਜ਼ਾਰ ਕੇ 10 ਸਾਲ ਵਿੱਚ 1 ਟ੍ਰਿਪ ਮੈਂ ਬਚਾ ਲਿਆ। ਦੂਜਾ, ਹਵਾਈ ਜਹਾਜ਼ਾਂ ਵਿੱਚ ਹੁਣ ਸਪੈਸ਼ਲ ਫਿਊਲ ਆਉਂਦਾ, SAF ਉਹਨੂੰ ਕਹਿੰਦੇ ਨੇ, ਸਸਟੇਨੇਬਲ ਐਵੀਏਸ਼ਨ ਫਿਊਲ। ਉਹਦੀ ਕਾਰਬਨ ਰੇਟਿੰਗ ਇਜ਼ ਅ ਲਿਟਲ ਬਿਟ ਲੈਸ, ਸੋ ਪੋਲਿਊਸ਼ਨ ਇਜ਼ ਅ ਬਿਟ ਲੈਸ। ਹੁਣ ਉਹ ਕੰਟਰੀਜ਼ 에ਅਰਲਾਈਨਸ ਆਰ ਬੀਇੰਗ ਫੋਰਸਡ ਕਿ ਤੁਸੀਂ ਸਸਟੇਨੇਬਲ ਐਵੀਏਸ਼ਨ ਫਿਊਲ ਯੂਜ਼ ਕਰੋ। ਹੁਣ ਗੱਡੀਆਂ ਦੇ ਅਸੀਂ ਕਹਿੰਦੇ ਇਲੈਕਟ੍ਰੀਕਲ ਕਾਰ ਲਓ, ਇਲੈਕਟ੍ਰੀਕਲ ਕਾਰ ਦੇ ਬੈਨੀਫਿਟ ਹੈਗੇ, ਠੀਕ ਹੈ। ਉਹਦੇ ਨਾਲ ਪ੍ਰੋਬਲਮ ਹੈਗਾ, ਚਾਰਜ ਕਰਨਾ ਪੈਂਦਾ ਹੈ, ਲੰਬਾ ਸਫ਼ਰ ਨਹੀਂ ਜਾ ਸਕਦੇ ਹੋ। ਆਈ ਗੋਟ ਟੂ ਪੁੱਟ ਯੂ ਟੂ ਦ ਸਪੌਟ। ਤੁਸੀਂ ਕਿਹੜੀ ਕਾਰ ਯੂਜ਼ ਕਰ ਰਹੇ ਹੋ? ਨਹੀਂ, ਮੈਂ ਹਾਈਬ੍ਰਿਡ ਗੱਡੀ ਰੱਖੀ। ਹਾਈਬ੍ਰਿਡ, ਮੈਂ ਕਿਹਾ ਕਿਤੇ ਕਿਹਾ ਪੈਟਰੋਲ ਵੇ ਕਹਿੰਦਾ ਭਾਜੀ ਜੋ ਤੁਸੀਂ ਪ੍ਰੀਚ ਕਰਦੇ ਹੋ ਪ੍ਰੈਕਟਿਸ ਵੀ ਕਰੋ ਨਾ। ਨਹੀਂ, ਹੁਣ ਮੈਂ ਆਮ ਅਬਾਊਟ ਟੂ ਚੇਂਜ ਮਾਈ ਕਾਰ ਐਂਡ ਆਈ ਐਮ ਗੋਇੰਗ ਟੂ ਗੋ ਫॉर ਇਲੈਕਟ੍ਰੀਕਲ ਵਹੀਕਲ। ਪਰ ਜੀ ਟਾਈਮ ਬੜੀ ਫਾਸਟ ਜਾਂਦਾ ਹੈ, ਬੜਾ ਇੰਟਰਸਟਿੰਗ ਰੀਅਲੀ। ਜਿਹਨੂੰ ਵੱਡੀ ਗੱਲ ਮੈਂ ਸ਼ੋਅ ਕਰਦਾ ਕਿ ਲੋਕਾਂ ਦਾ ਭਲਾ ਹੋਵੇ। ਤੁਸੀਂ ਹਕੀਕਤ ਮੰਨੋ, ਮੇਰਾ ਭਲਾ ਬੜਾ ਹੋ ਰਿਹਾ, ਲੇਕਿਨ ਮੈਂ ਇਕੱਲਾ ਚੇਂਜ ਲੈ ਕੇ ਆਂਗਾ, ਉਹਦਾ ਫਰਕ ਨਹੀਂ ਪੈਣਾ ਨਾ ਇਨਵਾਇਰਮੈਂਟ ਦਾ। ਥੋੜ੍ਹੇ 2 4 ਤੁਸੀਂ ਜੋੜੋ, ਫਿਰ ਫਰਕ ਪਏਗਾ। ਪਰ ਜੀ ਮੈਂ ਪਹਿਲਾਂ ਤੁਹਾਨੂੰ ਚਾਹਾਂਗਾ ਕਿ ਥੋੜ੍ਹੇ ਬਹੁਤੇ ਨਾ ਜਿਹਨੂੰ ਫਿਰ ਮੈਂ ਬਾਰ ਲਫ਼ਜ਼ ਕਹਾਂਗਾ, ਅੱਜ ਕੱਲ੍ਹ ਤੁਸੀਂ ਕਿਸੇ ਨੂੰ ਸਿੱਖਿਆ ਨਹੀਂ ਦੇ ਸਕਦੇ। ਉਹਨੂੰ ਲੱਗਦਾ ਮੈਨੂੰ ਸਾਰਾ ਕੁਝ ਪਤਾ ਹੈ। ਹਾਂ ਪਤਾ, ਲੇਕਿਨ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਆਪਣੀ ਲਾਈਫ ਦੇ ਵਿੱਚ। ਉਹਨੂੰ ਇੰਪਲੀਮੈਂਟ ਕਰਨਾ। ਅੱਜ ਸ਼ੋਅ ਦੇਖ ਕੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੱਸੋਗੇ, ਆਪ ਵੀ ਕਰੋਗੇ ਕਿ ਬਈ ਇੱਥੋਂ ਸਟਾਰਟ ਕਰੋ, ਨਹੀਂ ਤਾਂ ਪ੍ਰੋਬਲਮ ਹੈਗੀ ਆ। ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹੋ, ਆਪਣੇ ਪੋਤੇ ਪੋਤੀਆਂ ਨੂੰ ਕਿੰਨਾ ਪਿਆਰ ਕਰਦੇ ਹੋ, ਤੁਸੀਂ ਉਹਨਾਂ ਨੂੰ ਛੱਡ ਕੇ ਜਾਣਾ ਇਹ ਜ਼ਮੀਨ ਦੇ ਉੱਪਰ। ਉਹ ਗੱਲ ਯਾਦ ਰੱਖੋ। ਵੁੱਡ ਯੂ ਲਾਈਕ ਟੂ ਸੀ ਦੈਮ ਸਫਰ? ਹੈ ਕਿ ਉਹ ਵੀ ਕਹਿ ਕੇ ਮੇਰੇ ਦਾਦੇ ਮੇਰੇ ਪੜਦਾਦੇ ਨੇ ਕੁਛ ਨਹੀਂ ਕੀਤਾ, ਇਹਨਾਂ ਦੀ ਮੁਸੀਬਤਾਂ ਕੀਤੀਆਂ, ਅਸੀਂ ਉਹਦੇ 'ਤੇ ਜਾਂਦੇ। ਪਰ ਜੇ ਥੋੜ੍ਹੇ ਟਿਪ ਦੇਵੋ, ਹਾਊ ਕੈਨ ਪੀਪਲ ਸਟਾਰਟ? ਆਪਾਂ ਆਪਣਾ ਕੀ ਕਰ ਸਕਦੇ ਨੇ ਤਾਂ ਕਿ ਥੋੜ੍ਹਾ ਫਰਕ ਪਵੇ? ਇੱਕ ਤਾਂ ਬੜਾ ਸਿੰਪਲ, ਆਈ ਆਲਵੇਜ਼ ਸੇ ਸਟਾਪ, ਥਿੰਕ ਬਿਫੋਰ ਯੂ ਥਰੋ। ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਯੂਜ਼ ਕਰਦੇ ਹੋ, ਉਹਨੂੰ ਸੁੱਟਣ ਤੋਂ ਪਹਿਲਾਂ 1 ਮਿੰਟ ਸੋਚ ਲਓ ਕਿ ਬਈ ਇਹਨੂੰ ਮੈਂ ਕਿੱਥੇ ਸੁੱਟ ਰਿਹਾ। ਅਗਰ ਉਹਦੀ ਕੋਈ ਜਗ੍ਹਾ ਬਣੀ ਹੈ, ਕੋਈ ਰੀਸਾਈਕਲਿੰਗ ਬਿਨ ਬਣਿਆ ਹੈ, ਪਲਾਸਟਿਕ ਦਾ ਬਿਨ ਅਲੱਗ ਬਣਿਆ ਹੈ ਜਾਂ ਪੇਪਰ ਦਾ ਅਲੱਗ ਬਣਿਆ ਹੈ, ਤਾਂ ਕੋਸ਼ਿਸ਼ ਕਰੋ ਸਹੀ ਆਈਟਮ ਨੂੰ ਸਹੀ ਬਿਨ ਵਿੱਚ ਪਾਇਆ ਜਾਏ। ਕਿਉਂਕਿ ਜਿੰਨਾ ਅਸੀਂ the primary recycling business is done by you and me. ਅਗਰ ਅਸੀਂ ਚੀਜ਼ ਨੂੰ ਸਹੀ ਜਗ੍ਹਾ ਨਹੀਂ ਪਹੁੰਚਾਵਾਂਗੇ, ਉਹ ਰੀਸਾਈਕਲ ਨਹੀਂ ਹੋ ਸਕਦਾ। ਨਹੀਂ ਹੋ ਸਕਦਾ, ਸਹੀ ਗੱਲ ਹੈ। ਅਗਰ ਮੈਂ ਪੇਪਰ ਨੂੰ ਗਿੱਲੀ ਜਗ੍ਹਾ ਪਾ ਦਿੱਤਾ ਤੇ ਉਹ ਪੇਪਰ ਬੇਕਾਰ ਹੋ ਗਿਆ, ਉੱਥੇ ਹੀ ਵਿਚਾਰਾ ਪਿਘਲ ਗਿਆ, ਉਹਨੇ ਕਿੱਥੇ ਰੀਸਾਈਕਲ ਹੋਣਾ। ਸੋ ਸਾਡੀ ਇੱਕ ਤਾਂ ਜ਼ਿੰਮੇਵਾਰੀ ਬਣਦੀ ਹੈ ਸਟਾਪ ਐਂਡ ਥਿੰਕ। ਨੰਬਰ 2, ਹੁਣ ਕਾਰ ਬਿਜਲੀ ਮੈਂ ਦੇਖ ਰਿਹਾ ਸਟੂਡੀਓ 'ਚ ਲਾਈਟਾਂ ਹੈਗੀਆਂ, ਲੋ ਐਨਰਜੀ ਬਲਬ ਹੈਗੇ। ਕੀ ਅਸੀਂ ਲੋ ਐਨਰਜੀ ਬਲਬ ਆਪਣੇ ਘਰ ਲਾਏ ਹੋਏ ਨੇ? ਨਹੀਂ ਲਾਏ ਹੋਏ ਨੇ ਤੇ ਪਲੀਜ਼ ਲਾਇਆ ਜਾਏ। ਉਹਦੇ ਨਾਲ ਵੀ ਬਿਜਲੀ ਦੀ ਫਰਕ ਪੈਂਦੀ ਹੈ। ਹੁਣ ਇਸ ਵੇਲੇ ਬਿਜਲੀ ਦਾ ਖਰਚਾ ਬਹੁਤ ਵੱਧ ਰਿਹਾ, ਐਨਰਜੀ ਕੋਸਟ ਇਜ਼ ਗੋਇੰਗ ਟੂ ਵੈਰੀ ਹਾਈ। ਸਾਡੇ ਲਿਸਨਰਸ ਦੇ ਸੈਪਟੈਂਬਰ ਅਕਤੂਬਰ ਤੋਂ ਬਾਅਦ ਬਿੱਲ
ਗੈਸ ਦਾ ਤੇ ਬਿਜਲੀ ਦਾ ਬਹੁਤ ਵੱਧ ਜਾਣਾ ਹੈ। ਵੈਰੀ ਐਕਸਪੈਂਸਿਵ। ਸੋ ਆਪਣਾ ਫਾਇਦਾ ਹੀ ਕਰੋ, ਉਸ ਫਾਇਦੇ ਨਾਲ ਦੁਨੀਆ ਦਾ ਭਲਾ ਹੋ ਜਾਏਗਾ ਕਿ ਲੋ एनर्जी बल्ब यूज़ करा, फालतू लाइट ना बाली जाए। ਹੁਣ ਜੇ पखा हैगा, गर्मी पै रही है, पखा चलाना है, लोड अनुसार चलाओ। गैस चलाना है, बस किन्नी हाई फ्लेम ਦੇ ਬਿਨੋਂ ਸਬਜ਼ੀ ਪੱਕ ਰਹੀ ਹੈ ਕਿ ਲੋ ਫਲੇਮ 'ਤੇ ਪੱਕ ਸਕਦੀ ਹੈ, ਕਿਸ ਤਰ੍ਹਾਂ ਪੱਕ ਸਕਦੀ ਹੈ, ਉਸ ਤਰ੍ਹਾਂ ਦੀ ਚੀਜ਼ਾਂ ਨੂੰ ਇਸਤੇਮਾਲ ਕਰੋ। ਜਿਹੜਾ ਕੂੜਾ ਜਿਸ ਤਰ੍ਹਾਂ ਆਲੂ ਛਿੱਲੇ ਉਹ ਰੀਸਾਈਕਲ ਨਹੀਂ ਹੋਣਗੇ, ਉਹਨੂੰ ਅਲੱਗ ਬੀਨ 'ਚ ਪਾ ਦਿਓ, ਉਹ ਡੀਕੰਪੋਜ਼ ਹੋ ਜਾਂਦੇ ਨੇ, ਉਹਦੇ ਨਾਲ એનર્ਜੀ ਪ੍ਰੋਡਿਊਸ ਹੋ ਜਾਂਦੀ ਹੈ। ਜਿਹੜਾ ਕੂੜਾ ਨਹੀਂ ਯੂਜ਼ ਕਰ ਸਕਦੇ ਉਹਨੂੰ ਅਸੀਂ એનર્ਜੀ ਲਈ ਇਨਸਿਨਰੇਸ਼ਨ ਪਲਾਂਟ ਵਿੱਚ ਪਾ ਦਿੰਦੇ ਹਾਂ। ਮਤਲਬ ਪਲਾਂਟਸ ਹੈਗੇ ਜਿੱਥੇ ਕਿ ਤੁਸੀਂ ਬਿਜਲੀ ਪੈਦਾ ਕਰ ਸਕਦੇ ਹੋ। ਹੁਣ ਕਿਉਂਕਿ ਬਿਜਲੀ ਦੀ ਸ਼ੋਰਟੇਜ ਹੈਗੀ ਅਤੇ ਇਹੋ ਜਿਹੀ ਬਿਜਲੀ, ਹੁਣ ਜਿਹੜੇ ਨਵੇਂ ਮਕਾਨ ਬਣਾ ਰਹੇ ਸਾਡੇ ਕਮਿਊਨਿਟੀ ਦੇ ਬਿਲਡਿੰਗ ਟ੍ਰੇਡ ਵਿੱਚ ਬਹੁਤ ਜ਼ਿਆਦਾ ਹੈਗੇ, ਰੱਬ ਤੁਹਾਨੂੰ ਹੋਰ ਕਾਮਯਾਬੀ ਬਖਸ਼ੇ ਸਾਰਿਆਂ ਨੂੰ। ਪਰ ਜਿੱਥੇ ਤੁਸੀਂ ਬਿਲਡਿੰਗ ਬਣਾ ਰਹੇ ਹੋ, ਡੂ ਥਿੰਕ ਕਿ ਮੈਂ ਸੋਲਰ ਪੈਨਲ ਪਾਵਾਂ। ਜੇ ਸੋਲਰ ਪੈਨਲ ਪਾ ਕੇ ਜੇ ਉੱਥੇ ਇਲੈਕਟ੍ਰੀਸਿਟੀ ਪ੍ਰੋਡਿਊਸ ਹੋ ਸਕਦੀ ਹੈ ਤੇ ਪਲੀਜ਼ ਥਿੰਕ ਅਬਾਊਟ ਇਟ। मतलब ये छोटी छोटी चीज़ें जरिए कूड़ा प्लास्टिक में सुट रहे हैं, पेपर के साथ सुट रहे हैं, पानी में फालतू वेस्ट ना करा, फूड में खरीदे हैं सोच समझ के खरीदो। क्योंकि ਅਸੀਂ ਜਦੋਂ ਜਾਂਦੇ ਹਾਂ ਅਸੀਂ ਸਿਰਫ ਪ੍ਰਾਈਜ਼ ਵੱਲੋਂ ਡਰੀਵਨ ਹੁੰਦੇ ਹਾਂ, ਚਲੋ 2 ਨਹੀਂ 4 ਲੈ ਲਾਂਗੇ ਤੇ ਸਸਤੀ ਪੈ ਜਾਏਗੀ। ਬਈ ਕਾਰ ਆਪਣਾ ਸੋਚੋ, ਕਾਰ ਤੁਸੀਂ ਕਿੰਨੇ ਜੀਓ, ਤੁਸੀਂ 4 ਚਿਕਨ ਹਫਤੇ ਵਿੱਚ ਕੰਜ਼ਿਊਮ ਕਰ ਸਕਦੇ ਹੋ ਕਿ ਨਹੀਂ ਕਰੋਗੇ ਤੇ ਹੋਰ 1 ਅਗਸਤ ਨੂੰ ਐਕਸਪਾਇਰੀ ਡੇਟ ਆ ਗਈ, ਕੀ ਕਰੋਗੇ, ਉਹਨੂੰ ਬਿਨ ਸੁੱਟ ਦੋਗੇ। ਹੁਣ ਉਹ ਇਹ ਸੋਚੋ ਚਿਕਨ ਨੂੰ ਪਾਲਣ ਵਾਸਤੇ ਕਿੰਨੀ ਚਿਕਨ ਦਾ ਫੂਡ ਉਹਨੂੰ ਦਿੱਤਾ ਗਿਆ, ਕਿੱਥੋਂ ਫੂਡ ਆਇਆ, ਬਾਈ ਰੋਡ ਟਰਾਂਸਪੋਰਟ ਹੋ ਕੇ ਉਸ ਫਾਰਮ ਵਿੱਚ ਗਿਆ, ਉਸ ਫਾਰਮ ਵਿੱਚ ਚਿਕਨ ਨੂੰ ਫੂਡ ਮਿਲਿਆ, ਉਹਨੂੰ ਹੀਟਿੰਗ ਲਾਈਟਿੰਗ ਸਾਰਾ ਕੁਝ ਮਿਲਿਆ, ਫਿਰ ਸਲੋਟਰ ਹਾਊਸ ਦੇ ਉਹ ਚਿਕਨ ट्रांसपोर्ट हो गए, फिर सुपर मार्केट आया, पैक हो गए। तो कितनी एनर्जी वेस्ट हुई, कितनी लेबर वेस्ट हुई। अगर तुम चुक के बिन में ही पाना है तो तुम इमेजिन करो कि तुम किन्नी पोल्यूशन के जिम्मेवार तुम आप हो। सो व्हाट आई से, बाय वॉट यू नीड, डिस्पोज सेंसिबली, थिंक अबाउट जो तुम वीर जी गल कही उन्होंने असी साढ़े लैंग्वेज सर्कुलर इकोनॉमी कहते। सर्कुलर का मतलब फैक्ट्री ने पैदा किया, असी खरीदिया, खरीद के असें कर उन्होंने सही जगह सुटिया, डिस्पोज किया, उत्थों रीसाइकलिंग कंपनी ने चुक के अपनी फैक्ट्री में लिया, उन्होंने रीसाइकल करके हर चीज़ को अलग किया, ब्राउन गत्ता अलग किया, चिट्टा फोटोकॉपी पेपर अलग की, कोकोला की बोतल सॉफ्ट ड्रिंक अलग हो गई, दूध की बोतल अलग हो गई, एलूमीनियम कैन ड्रिंक्स की वो अलग हो गया, वो सारे अलग हो के अलग अलग जगह चले गए। उन्होंने उन्होंने यूज़ करके अगे एलूमीनियम कैन में यूज़ करके सीधा नवा एलूमीनियम कैन बन गया। अदरवाइज अज तो 50 साल पहले एलूमीनियम जरा बॉक्साइट टू बनता सीगा। बॉक्साइट इज एलूमीनियम ऑक्साइड, Al2O3 जिन्हों कहते बड़े फॉर्मूला। हूँ बॉक्साइट कम्स फ्रॉम अ माइन, हूँ वो तो कच्चा सोने के बराबर है, उन्होंने साफ करना, उन्होंने मेल्ट करना, कैमिकली ट्रीट करना, जब तक वो रेडी ना आए वापस कैन बनाना उससे। अगर तुम सीधा कैन ही मेल्ट कर देंगे हो, वो सारा पानी नाल तोड़ना पिघलाना वो सारी प्रोसेस खत्म हो गई, क्योंकि तुम कैन टू डायरैक्टली मेल्ट किया तो सीधे दूजा कैन बना लिया। तो सारे तुम देखो कितना पानी, कितनी बिजली, कितना ट्रांसपोर्ट कॉस्ट। तुम ट्रांसपोर्ट का सोचा करो कि जो तुम बाजार तो खरीदया है, आया थोड़े कार या दुकान, वो बाई रोड आया, किन्ने कार्बन फुटप्रिंट से तो कार्बन फुटप्रिंट की है, किन्ने माइल ये चीज़ चल के आई है तो कितना कार्बन पोल्यूशन होया पर माइल ऑफ द जर्नी दैट वी आर हैविंग। यू नो, सो इफ यू स्टार्ट थिंकिंग तो आई एम श्योर गुरु साहब मेहर करनगे सानू सारे ते, क्योंकि अल्टीमेटली साडे मालक ते गुरु साहब ही ने, वो साडे ते मेहर करनगे, शक्ति बख्शणगे। तो आई थिंक वी ऑल विल मेक द राइट डिसीजन। बट माई रिक्वेस्ट वीर जी, एंड आई मस्ट थैंक यू कि यू आर थिंकिंग ऑफ सच इंटरेस्टिंग सब्जेक्ट्स एंड रेजिंग द अवेयरनेस। भाजी थैंक यू। तो देखो जो मेरा एक गल हो रहा, बड़ा टाइम बड़ी फास्ट जा रहा, मैं एक कुछ इदा तक टाइम करो, रुकदा ही कदे रुक जाए थोड़ी देर नहीं ना, तो बंदा अपनी गल कर सके, बड़ा कुछ हो जाता है। ये रब की कुदरत है, ये जो चलना चली जाना, कभी नहीं रुकता। भाजी जो लोगों की आदत हैगी, मैं कोशिश करता चेचे की भाजी का होर फायदा उठाना। बड़ी इंटरस्टिंग गल्लां हो रही, बड़ी एजुकेशनल गल्लां। बंदा कहता मेरे कल्ले नाल की फर्क पैना, ਇਹ सोच के एटीट्यूड वो करी जाता, गलतियां करी जाता है। अगर तुम करोगे एक दो होर इकला कला करी जाएगा, ਉਹਦਾ ग्रुप बन जाएगा, बड़ा ਵੱਡਾ ग्रुप बन जाएगा ਉਹਦੇ ਨਾਲ। मैं एक क्विकली ਤੁਹਾਨੂੰ एग्जाम्पल दसदा, एक बड़ी एक्सपेंसिव कार, ਲੱਖ 1.5 ਲੱਖ ਦੀ ਕਾਰ होनी, फैमिली एशियन फैमिली ਦੀ। ਉਹਨਾਂ ਨੂੰ ਪਤਾ ਕਿ ਮੈਂ ਉਹਦੀ ਗੱਡੀ ਖੜ ਕੇ ਮੈਂ ਉਹਨੂੰ ਟੈਲ ਆਫ ਵੀ ਕੀਤਾ ਸੀਗਾ। ਉਹਨੂੰ ਉੱਥੇ ਖਾਂਦੇ ਪੀਂਦੇ ਸੀ, ਉਹਨੇ ਆਪਣਾ ਪਲਾਸਟਿਕ ਬੈਗ 'ਚ ਸਾਰਾ ਕਚਰਾ ਪਾ ਦਿੱਤਾ।
ਹੈ ਕਿ ਘਰ ਨਾ ਗੰਦੀ ਹੋਵੇ। ਉਹ ਬਾਰੀ ਖੋਲ ਕੇ ਬੱਚੇ ਨੇ ਨਾ ਸਾਰਾ ਬਾਹਰ ਝਾੜਤਾ ਸਾਰਾ, ਓਹ ਵਾਹ। ਉਹ ਸਾਰਾ ਆਣ ਕੇ ਮੇਰੀ ਕਾਰ ਤੇ ਡਿੱਗਿਆ। ਮੈਨੂੰ ਇਹ ਨਹੀਂ ਕਿ ਮੇਰੀ ਕਾਰ ਗੰਦੀ ਹੋ ਗਈ, ਪਰ ਤੁਸੀਂ ਸਾਰਾ ਇਨਵਾਇਰਨਮੈਂਟ ਦਾ ਤੁਸੀਂ ਉਹਦੇ 'ਚ ਸਾਰਾ ਮਿਕਸ ਕਰਤਾ ਸੀ ਸਾਰਾ ਕੁਝ ਕੁਆਇਟ ਰਾਈਟ ਹੈ। ਕਾਉਂਸਲ ਇੰਨਾ ਖਰਚਾ ਕਰਦੀ ਹੈ, ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਡੱਬੇ ਦਿੰਦੀ ਹੈ ਕਿ ਤੁਸੀਂ ਸਾਰਾ ਉਹਨੂੰ ਸੈਪਰੇਟ ਕਰਕੇ ਸੈਗਰੀਗੇਟ ਕਰਕੇ ਰੱਖੋ ਉਹਨੂੰ। ਅਸੀਂ ਸਿਰਫ ਫੋਲੋ ਨਹੀਂ ਕਰਦੇ। No, we don't, क्योंकि with the problem कि ना we don't appreciate कि ਇਹਦਾ ਅਲਟੀਮੇਟ ਬੈਨੀਫਿਟ ਕੀ ਯਾਰ ਕਹਿੰਦਾ ਕੋਈ ਨਹੀਂ ਯਾਰ ਮੈਂ ਨਹੀਂ ਕੀਤਾ ਕੀ ਫਿਰ ਦੂਜਾ ਕਰੇਗਾ, ਹਾਂ ਦੂਜਾ ਮੇਰੇ ਕਹਿੰਦਾ ਕੱਲੇ ਤੀਜਾ ਦਾ ਕੀ ਕਰੇਗਾ। ਬਣਨਾ ਹੈ? ਹਾਂਜੀ, ਹਰ ਬੰਦੇ ਦਾ ਕੰਟਰੀਬਿਊਸ਼ਨ ਚਾਹੇ 1 ਪੈਸੇ ਦਾ ਹੈ, ਅੱਧੇ ਪੈਸੇ ਦਾ ਹੈ, 5 ਪੈਸੇ ਦਾ ਹੈ, 1 ਪਾਉਂਡ ਦਾ ਹੈ, ਹਰ ਬੰਦੇ ਦਾ ਕੰਟਰੀਬਿਊਸ਼ਨ। ਦੁਨੀਆ ਦੀ ਆਬਾਦੀ 8 ਬਿਲੀਅਨ ਹੈਗੀ, ਇਹ 8 ਬਿਲੀਅਨ ਲੋਕਾਂ ਨੇ ਥੋੜਾ ਥੋੜਾ ਕਰਕੇ ਪਾਣਗੇ ਤੇ ਤੁਸੀਂ ਇਮੇਜਿਨ ਕਰੋ ਕਿੰਨਾ ਅਸੀਂ ਦੁਨੀਆ ਦੇ ਪਲੈਨਟ ਦੇ ਫਾਇਦਾ ਕਰ ਸਕਦੇ। ਆਈ ਆਲਵੇਜ਼ ਸੇ ਨਥਿੰਗ ਇਜ਼ ਟੂ ਸਮਾਲ ਐਂਡ ਨਥਿੰਗ ਇਜ਼ ਟੂ ਬਿਗ। ਭਾਜੀ ਹੋਰ ਕਰੇ ਕੋਈ ਨਾ ਕਰੇ ਤੁਸੀਂ ਕਰੋ, ਇਸੇ ਤਰ੍ਹਾਂ ਹਰ ਇਨਸਾਨ ਫੀਲ ਕਰੇ। ਭਾਜੀ ਇੱਕ ਬੜਾ ਅੱਛਾ ਕੁਐਸਚਨ ਸੀ, ਤੁਸੀਂ ਕਿਹਾ ਸੀਗਾ ਵੇਸਟ ਇਜ਼ ਅ ਵੇਸਟ ਅੰਟਿਲ ਵੀ ਮੇਕ ਇਟ ਅ ਵੇਸਟ। ਐਗਜ਼ੈਕਟਲੀ, ਇਹ ਕਿੱਦਾਂ ਕੀ ਮਤਲਬ? ਮਤਲਬ ਤੁਹਾਡੇ ਹੱਥ ਵਿੱਚ ਹੁਣੇ ਪੇਪਰ ਆ ਗਏ ਨੇ, ਹਾਂ ਹੁਣ ਮੈਂ ਪੜ੍ਹ ਲਿਆ, ਮੈਂ ਤੇ ਸੁੱਟਣੇ ਹੈਗੇ ਜਾਂ ਅਖਬਾਰ ਮੈਂ ਸੁੱਟਣਾ ਹੈਗਾ, ਤੇ ਜੇ ਮੈਂ ਅਖਬਾਰ ਨੂੰ ਸਹੀ ਜਗ੍ਹਾ ਸੁੱਟਿਆ ਫਿਰ ਵੇਸਟ ਨਹੀਂ ਤੇ ਹੋਇਆ। ਵੇਸਟ ਨਹੀਂ ਹੈ। Very ਅਗਰ ਮੈਂ ਵੈਸੇ ਸੁੱਟ ਦਿੱਤਾ, ਸੋਚਿਆ ਨਹੀਂ ਇਹ ਕਿਤੇ ਸੁੱਟ ਦਿੱਤਾ, ਇਹ ਕੰਮ ਨਹੀਂ ਆਏਗਾ ਫਿਰ। ਦਾਲ ਦੇ ਬਿਨ ਵਿੱਚ ਰੋਟੀ ਦਾ ਕੂੜਾ ਸੁੱਟਿਆ ਉਹਦੇ 'ਚ ਪਾ ਦਿੱਤਾ, ਇਹ ਗਿੱਲਾ ਹੋ ਗਿਆ, ਗਿੱਲਾ ਹੋ ਗਿਆ, ਕੰਮ ਨਹੀਂ ਆ ਸਕਦਾ, ਬੇਕਾਰ ਹੋ ਗਿਆ। ਹੁਣ ਦੇਖੋ 1 ਟਨ ਪੇਪਰ ਬਣਾਉਣ ਵਾਸਤੇ ਕਰੀਬ 32 ਦਰਖਤ ਕੱਟਣੇ ਪੈਂਦੇ ਨੇ, 32 ਦਰਖਤ। ਜੇ ਤੁਸੀਂ 1 ਟਨ ਪੇਪਰ ਨੂੰ ਰੀਸਾਈਕਲ ਕਰ ਲੋਗੇ ਤੇ ਉਹਦੇ ਨਾਲ 900 ਕਿਲੋ ਪੇਪਰ ਬਣ ਜਾਏਗਾ। ਤੇ 900 ਕਿਲੋ ਦਾ ਮਤਲਬ ਕਮ ਸੇ ਕਮ 25-26 ਦਰਖਤ ਕੱਟਣ ਤੋਂ ਤੁਸੀਂ ਬਚਾ ਦਿੱਤੇ। then you take credit for it. But question is, yes, probably we are not thinking ਵੀ ਇਹਦਾ ਕੀ ਬੈਨੀਫਿਟ ਹੈ। ਹੁਣ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਰਾਹੀਂ ਜੋ ਵੀ ਜਿੰਨੀ ਸਾਨੂੰ ਗੁਰੂ ਸਾਹਿਬ ਨੇ ਸਮਝ ਬਖਸ਼ੀ ਹੈ ਉਸ ਹਿਸਾਬ ਨਾਲ ਮੈਂ ਮੈਸੇਜ ਸ਼ੇਅਰ ਕਰ ਰਿਹਾ। ਪਰ ਮਤਲਬ ਇਹ ਇਨਫੋਰਮੇਸ਼ਨ ਨੂੰ ਜਾਣਦੇ ਨਾ ਬੱਚੇ ਤੇ ਉਹ ਘਰ ਬੈਠੇ ਅਖਬਾਰ ਪੜ੍ਹੀ, ਨਹੀਂ ਇਹਨੂੰ ਅਖਬਾਰ ਨਹੀਂ ਸੁੱਟਣੀ, ਇਹਨੂੰ ਅਖਬਾਰ ਅਸੀਂ ਰੀਸਾਈਕਲਿੰਗ ਲਗਾਈਏ। ਬਿਲਕੁਲ ਬਿਲਕੁਲ। ਕਿਉਂਕਿ ਜੇ ਤੁਸੀਂ ਹੁਣ ਸਾਊਥ ਹੋਲ ਦੇ ਸਾਰੇ ਲੋਕ ਜੇ ਇਕੱਠੇ ਕਰਦੇ ਨੇ ਅਖਬਾਰਾਂ ਕਿ ਅਸੀਂ ਰੀਸਾਈਕਲ ਨੂੰ ਸਪੋਰਟ ਕਰਨਾ ਹੈ, ਤਾਂ ਤੁਸੀਂ ਇਮੇਜਿਨ ਕਰੋ ਤੁਸੀਂ ਸਾਊਥ ਹੋਲ ਅਲੋਨ ਕੁਡ ਬੀ ਸੇਵਿੰਗ ਪਤਾ ਨਹੀਂ ਕਿੰਨੇ ਹਜ਼ਾਰਾਂ ਦਰਖਤ ਰੋਜ਼ ਦੇ। ਤੁਸੀਂ ਦੇਖੋ 31 ਦਰਖਤ ਨਾਲ 1 ਟਨ ਬਣੇਗਾ ਅਖਬਾਰ ਜਾਂ 1 ਟਨ ਫੋਟੋਕਾਪਿੰਗ ਪੇਪਰ ਇਜ਼ ਅਬਾਊਟ 30 ਟਰੀਜ਼। ਪਰ ਜੇ ਲੋਕਾਂ ਦੀ ਲਾਈਫ ਇੰਨੀ ਫਾਸਟ ਹੈ ਨਾ, ਨਹੀਂ ਸੋਚਦੇ ਇੱਦਾਂ ਦੀ ਗੱਲਾਂ। ਐਸੇ ਕਰਕੇ ਇੱਦਾਂ ਦੇ ਸ਼ੋਅ ਕਰਦਾ ਪਲੀਜ਼। ਕਈ ਦਫਾ ਬੰਦਾ ਨਾ ਜਦੋਂ ਸ਼ੋਅ ਹੁੰਦੇ ਨੇ ਕੋਈ ਨਾ ਕੋਈ ਮੈਂ ਗੱਲ ਕਹੀ ਜਾਂ ਕੋਈ ਨਾ ਕੋਈ ਭਾਜੀ ਨੇ ਕਹੀ, ਉਹ ਦਿਲ ਨੂੰ ਛੂਹ ਜਾਣੀ ਚਾਹੀਦੀ ਹੈ, ਉਹਦੇ ਨਾਲ ਥੋੜ੍ਹੀ ਜ਼ਿੰਦਗੀ 'ਚ ਫਰਕ ਆਉਣਾ ਚਾਹੀਦਾ ਜ਼ਰੂਰ। ਹੁਣ ਮੈਂ ਉੱਪਰਲੀ ਗੱਲ ਕਰਾਂਗਾ ਬਿਕੋਜ਼ ਜਿਹੜੀ ਮੈਂ ਗੱਲ ਕਹਿ ਦਿੰਦਾ ਨਾ ਮੇਰੇ ਕੋਸ਼ਿਸ਼ ਹੁੰਦੀ ਬੁਰੀ ਗੱਲ ਨਾ ਕਰਾਂ। ਹੁਣ ਜਿੰਨੇ ਵੀ ਤੁਸੀਂ ਜਿੱਥੇ ਦੁਨੀਆ 'ਚ ਬੈਠੇ ਪ੍ਰੋਗਰਾਮ ਦੇਖਦੇ, ਮੇਰੇ ਇੱਥੇ ਭਾਜੀ ਰਣਜੀਤ ਸਿੰਘ ਦਾ ਵੈਰੀ ਪ੍ਰੋਫੈਸ਼ਨਲ ਪੜ੍ਹੇ ਲਿਖੇ ਹੈ, ਟ੍ਰੇਡ ਦੇ ਵਿੱਚ ਅੱਛੀ ਤਰ੍ਹਾਂ, ਕਿੰਨੀ ਨੌਲੇਜ ਹੈਗੀ ਉਹਨਾਂ ਨੂੰ। ਇੱਕ ਲੋਕ ਹੈਗੇ ਆਪਣੇ ਆਪ ਨੂੰ ਗਿਲਟੀ ਫੀਲ ਕਰਨਗੇ ਕਿ ਯਾਰ ਜਿਹੜੇ ਮੈਂ ਗੱਲਾਂ ਸੁਣੀਆਂ ਮੈਂ ਤਾਂ ਅੱਧੀਆਂ ਵੀ ਨਹੀਂ ਕਰਦਾ, ਸਮਝ ਗਏ ਨਾ। ਉਦੋਂ ਸੈਂਸਿਬਲ ਬੰਦੇ ਆਪਣਾ ਇੰਪਲੀਮੈਂਟ ਕਰਨਗੇ, ਲਾਈਫ ਚੇਂਜ ਕਰਨਗੇ। ਅੱਗੇ ਬੰਦੇ ਹੋਣਗੇ ਯਾਰ ਅੱਜ ਦਾ ਸ਼ੋਅ ਬੜਾ ਬੋਰਿੰਗ ਸੀਗਾ, ਅੱਜ ਮਜ਼ਾ ਹੀ ਨਹੀਂ ਆਇਆ ਕਿਉਂਕਿ ਹਾਸਾ ਮਖੌਲ ਨਹੀਂ ਸੀਗਾ। ਅਤੇ ਹਾਸਾ ਮਖੌਲ ਤਾਂ ਆਪਣੀ ਜਗ੍ਹਾ 'ਤੇ ਹੁੰਦਾ, ਜਦੋਂ ਸੀਰੀਅਸ ਹੁੰਦਾ। ਇਹ ਚੀਜ਼ ਜਿਹੜਾ ਅੱਜ ਟੌਪਿਕ ਹੈਗਾ ਮੈਂ ਬਾਰ ਕਹਾਂਗਾ, ਭੱਜ ਵੀ ਕਹਿੰਦੇ ਨੇ ਇਹਨੂੰ ਸੀਰੀਅਸ ਲਵੋ, ਇਟਸ ਨੋਟ ਅ ਜੋਕ ਓਨੈਸਟਲੀ। ਇਹ ਸਮਝ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਜਿੱਦਾਂ ਤੁਸੀਂ ਤੜਫੇ ਹੋ, ਬੜੀ ਅਸੂਲਤਾਂ ਹੈਗੀਆਂ, ਤੁਹਾਨੂੰ ਪੱਖਾ ਔਨ ਕਰ ਲਿਆ, AC ਔਨ ਕਰ ਲਿੱਤੀ, ਉਹੀ ਤਾਂ ਯੂਜ਼ ਹੋ ਰਹੀ, ਇਲੈਕਟ੍ਰੀਸਿਟੀ ਯੂਜ਼ ਹੋ ਰਹੀ, ਕਿੱਦਾਂ ਕੁਛ ਹੋ ਰਿਹਾ, ਉਹ ਕਿੱਥੋਂ ਆਉਣੀ ਹੈ? ਨਹੀਂ ਵੀਰ ਜੀ ਤੁਸੀਂ ਦੇਖੋ ਨਾ ਜਰਮਨੀ ਓਵਰ 40% ਜਰਮਨੀ ਦਾ ਗੈਸ ਫ੍ਰੀ ਫਲੋ ਆ ਰਿਹਾ ਰਸ਼ੀਆ ਤੋਂ। ਜਰਮਨਸ ਯੂਜ਼ ਕਰੀ ਜਾ ਰਹੇ ਨੇ, ਕਦੀ ਸੋਚਦੇ ਨਹੀਂ ਗੈਸ ਕਿੱਥੋਂ ਆ ਰਹੀ ਪਿੱਛੋਂ। ਹੁਣ ਯੂਕਰਾਈਨ ਦੇ ਚੱਕਰਾਂ 'ਚ ਉਹਨਾਂ ਨੇ ਥੋੜ੍ਹਾ ਆਪਣਾ ਪਾਈਪ ਟਾਈਟ ਕਰ ਦਿੱਤਾ, ਦੇਖ ਲਓ, ਤੇ ਜਰਮਨੀ 'ਚ ਗੈਸ ਆਣੀ ਬੰਦ ਹੋ ਗਈ, ਤੇ ਸਰਦੀਆਂ 'ਚ ਲੋਕਾਂ ਨੂੰ ਹੀਟਿੰਗ ਚੱਲਣੀ ਮੁਸ਼ਕਿਲ ਹੋ ਜਾਏਗੀ। ਭਾਜੀ ਇੱਕ ਤਾਂ ਲੋਕਾਂ ਨੂੰ ਬਹਾਨਾ ਮਿਲ ਗਿਆ ਉਹਦੀ ਯੂਕਰਾਈਨ ਦੀ ਵੋਰ ਕਰਕੇ ਨਾ, ਜਿਹੜਾ ਕੋਈ ਉਹ ਕੰਟਰੀ ਨਾਲ ਲੈਣਾ ਦੇਣਾ, ਹਰ ਚੀਜ਼ ਮਹਿੰਗਾਈ ਹੋ ਗਈ, ਹਰ ਚੀਜ਼। ਨਾ ਕਿਉਂਕਿ ਵੀਰ ਜੀ ਐਵਰੀਥਿੰਗ ਇਸ એનર્ਜੀ ਤੇ ਚੱਲਦਾ ਨਾ ਜੀ। ਕੋਈ ਵੀ ਚੀਜ਼ ਬਣਾਓਗੇ ਆਖਿਰ ਸੋਰਸ ਤੇ એનર્ਜੀ ਹੈ ਨਾ, ਟਰਾਂਸਪੋਰਟ ਇਜ਼ એનર્ਜੀ। ਜਿਹੜਾ ਤੁਸੀਂ ਸਵਾਲ ਕੀਤਾ ਜੀ ਉਹਦਾ ਇੱਕ ਸਿੰਪਲ ਆਨਸਰ ਹੈਗਾ, ਅਗਰ ਹਰ ਬੰਦਾ ਇਹ ਸੋਚੇ ਕਿ ਅਗਰ ਮੈਂ ਰੀਸਾਈਕਲਿੰਗ ਜਾਂ ਆਪਣੇ ਕੂੜੇ ਨੂੰ ਸਹੀ ਜਗ੍ਹਾ ਡਿਸਪੋਜ਼ ਨਹੀਂ ਕਰਾਂਗਾ ਤੇ ਕੀ ਹੋਏਗਾ, ਪੋਲਿਊਸ਼ਨ ਵਧੇਗਾ। ਪੋਲਿਊਸ਼ਨ ਨਾਲ ਕੀ ਹੈਗਾ, ਵੀ citizens of this earth, civil society are at risk of getting respiratory disease. ਕਿਸੇ ਨੂੰ ਅਸਥਮਾ ਹੋ ਜਾਏਗਾ, ਕਿਸੇ ਨੂੰ ਹੈ ਫੀਵਰ ਹੋ ਜਾਏਗਾ, ਕਿਸੇ ਬੱਚੇ ਨੂੰ ਐਗਜ਼ੀਮਾ ਹੋ ਜਾਏਗਾ।
तो अगर तुम ये सोच के थोड़ा सा डर लगेगा कि भाई ये तो मैं अपना नुकसान का सामान बना रहे हैं, अगर मैं थोड़ा भला करांगा तो बेनीफिट दा हकदार मैं भी होवांगा ना। अगर एनवायरनमेंट साफ करांगे ने ਵੀਰ ਜੀ तो ਅਸੀਂ ਵੀ ਉਹਨੇ ਬੈਨੀਫਿਕਟਰ ਹੈਗਾ ਨਾ। ਪਰ ਜੀ ਜਿਹੜੇ ਕੰਪਨੀਆਂ ਵੱਡੀਆਂ ਹੈਗੇ ਨੇ ਉਹ ਆਪਣਾ ਸ਼ੇਅਰ ਫੇਅਰ ਕਰ ਰਹੀਆਂ ਨੇ, ਜਿੱਦਾਂ ਤੁਸੀਂ ਦਾ ਫਿਊਲ ਦਾ ਦੱਸਿਆ, ਉਹਨਾਂ ਦਾ ਡਿਫਰੈਂਟ ਹੈਗਾ, ਉਹਦੇ ਲੈਸ ਪੋਲੂਸ਼ਨ ਹੁੰਦੀ ਹੈ। ਕਾਉਂਸਲ ਤੁਹਾਨੂੰ ਡਿਫਰੈਂਟ ਬਾਕਸਿਸ ਦਿੰਦੀ ਹੈ, ਬਿਲ ਬੈਰੋ ਦਿੰਦੀਆਂ ਨੇ, ਉਹ ਸਹੂਲਤਾਂ ਤੁਹਾਨੂੰ ਦਿੰਦੇ ਨੇ, ਪਰ ਅਸੀਂ ਉਹਨੂੰ ਯੂਜ਼ ਕਰੀਏ ਨਾ ਉਹਨਾਂ ਨੂੰ ਸਾਰਾ ਕੁਝ। ਅਸੀਂ ਯੂਜ਼ ਨਹੀਂ ਕਰਦੇ ਨਾ, ਬਿਕੋਜ਼ ਇੱਕ ਤਾਂ ਯਾਰ ਟਾਈਮ ਨਹੀਂ ਹੈਗਾ, ਜਾਂ ਅਸੀਂ ਖੁਦਗਰਜ਼ ਹੈਗਾ। ਖੁਦਗਰਜ਼ ਇਨ ਦ ਸੈਂਸ ਕਿ ਸਾਡਾ ਟਾਈਮ ਥੋੜਾ ਹੈ, ਉਸ ਟਾਈਮ ਵਿੱਚ ਅਸੀਂ ਬਹੁਤ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਾਂ, ਅਤੇ ਆਪਣੇ ਖੁਦ ਦੇ ਗੋਲਸ ਇਤਨੇ ਵੱਧ ਗਏ ਨੇ ਕਿ ਇਸ ਚੀਜ਼ ਨੂੰ ਅਸੀਂ ਮਾਈਨੋਰਿਟੀ ਸਮਝਦੇ ਹਾਂ, ਕੋਈ ਇੰਪੋਰਟੈਂਸ ਨਹੀਂ ਹੈਗੀ। ਇੰਪੋਰਟੈਂਟ ਨਹੀਂ ਮੇਰੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਹੈਗੀ। ਬਿਲਕੁਲ। ਜੇ ਇਹਦੀ ਵਜ੍ਹਾ ਨਾਲ ਬੰਦੇ ਨੂੰ ਅਸਥਮਾ ਹੋ ਗਿਆ ਤੇ ਉਹ ਕੰਮ ਤੋਂ ਲਾਚਾਰ ਹੋ ਜਾਏਗਾ, ਕੰਮ ਹੀ ਨਹੀਂ ਕਰ ਪਾਏਗਾ। ਆਪਣੇ ਆਪ ਨੂੰ ਨਾ ਬਿਮਾਰ ਕਰਨ ਦੀ ਖਾਤਰ ਐਟਲੀਸਟ ਤਾਂ ਤੇ ਤੁਸੀਂ ਇਸ ਰੀਸਾਈਕਲਿੰਗ ਕਰੋ, ਐਨਵਾਇਰਨਮੈਂਟ ਨੂੰ ਸਾਫ਼ ਰੱਖੋ, ਤਾਂ ਕਿ ਤੁਸੀਂ ਆਪਣਾ ਵੀ ਭਲਾ ਕਰੋਗੇ ਤੇ ਸਾਰਿਆਂ ਦਾ ਹੋਰਾਂ ਦਾ ਵੀ ਕਰੋਗੇ। ਆਈ ਥਿੰਕ ਦ ਮੈਸੇਜ ਇਜ਼ ਕਮਿਊਨਲ, ਦ ਮੈਸੇਜ ਇਜ਼ ਫॉर ਦ ਸਿਵਲ ਸੋਸਾਇਟੀ ਕਿ ਜੋ ਮੈਂ ਕਰ ਰਿਹਾ, ਜੋ ਮੈਨੂੰ ਦੇਖੋ ਇਸ ਰੀਸਾਈਕਲਿੰਗ 76 ਦਾ ਮੈਂ ਕਰਦਾ ਪਿਆ, ਮੈਂ ਠੀਕ ਹੈ as a revenue, as a business model, I've made money out of it, but more importantly, if I count the millions and millions tons of carbon saving I have contributed in the last 40 years, I am very proud of it. Panji, thank you so much. Honestly, it's so informative. ਮੈਨੂੰ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਪਿਆ, ਬੜਾ ਫਾਇਦਾ ਹੁੰਦਾ ਪਿਆ। ਤੁਸੀਂ ਇੱਕ ਦੋ ਬੰਦਿਆਂ ਨੂੰ ਸਿਖਾਉਂਦੇ, ਇੱਕ ਦੋ ਨੂੰ ਮੈਂ ਅੱਗੇ ਪਾਸ ਕਰਾਂਗਾ, ਪਰ ਕਿਸੇ ਨੂੰ ਐਡਵਾਈਸ ਦੇਣ ਵੀ ਅੱਜ ਕੱਲ੍ਹ ਬੜਾ ਡਰ ਲੱਗਦਾ ਕਿ ਬੰਦੇ ਸਾਰੇ ਸਿਆਣੇ ਹੋਏ ਹੁੰਦੇ ਨੇ। ਇਹ ਐਡਵਾਈਸ ਨਹੀਂ ਹੈਗੀ, ਅਵੇਅਰਨੈਸ ਹੈਗੀ ਹੈ ਮੋਸਟਲੀ। ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਨੌਲੇਜ ਨਹੀਂ ਹੈਗੀ, ਇਟਸ ਅ ਸ਼ੇਕਅਪ ਕਾਲ ਇੱਕ ਤਰ੍ਹਾਂ ਦਾ। ਉੱਠੋ, ਜਾਗੋ, ਥੋੜ੍ਹਾ ਜਿਹਾ ਵੇਕਅਪ ਕਾਲ ਹੈਗਾ ਥੋੜ੍ਹਾ, ਕਿ ਤੁਸੀਂ ਨਾ ਕੁਛ ਕੰਟਰੀਬਿਊਸ਼ਨ ਕਰੋ, ਆਪਣਾ ਜ਼ਮੀਨ ਨੂੰ ਬਚਾਈਏ, ਬੱਚਿਆਂ ਦੀ ਜ਼ਿੰਦਗੀ ਬਚੇਗੀ। ਭਾਜੀ ਥੈਂਕ ਯੂ ਸੋ ਮਚ, ਤੁਹਾਡੇ ਆਉਣ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ। ਮਾਫੀ ਚਾਹਾਂਗਾ, ਬਹੁਤ ਗੱਲਾਂ ਕਰਨੀਆਂ ਸੀ, ਟਾਈਮ ਇਜਾਜ਼ਤ ਨਹੀਂ ਦਿੰਦਾ। ਮੌਕਾ ਲੱਗਾ ਤੁਹਾਨੂੰ ਜ਼ਰੂਰ ਬੁਲਾਵਾਂਗੇ, ਕਿਉਂਕਿ ਬਹੁਤ ਸ਼ੋਅ ਕਰਨੇ ਪੈਣੇ ਇੱਦਾਂ ਦੇ। ਅਤੇ ਆਪਾਂ ਫਤਿਹ ਬੁਲਾਈਏ ਭਾਜੀ। ਥੈਂਕ ਯੂ ਜੀ, ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।